ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਬੰਦੋ ਬਾਰ ਬਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਹੰ ਬੀਜ ਮਮਤਾ ਸ਼ਿਫਾ ਰਾਗ ਦ્વੈਕ ਬਡ ਟਾਸ। ਜਗ ਦਲ ਦੁਖ ਸੁਖ ਫਲ ਲਗੇ ਗੁਰ ਭਜ ਹੋਏ ਬਿਨਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सत्कारयोग गुरु की साजी और नवाजी हुई। गुरु का खास रूप गुरु खालसा साध संगत जीओ वड्डियां भागां वाले हो के नेता प्रति जगत गुरु श्री गुरु ग्रंथ साहिब जी महाराज जी की पवित्र हजूरी च हाजरियां भर के सतगुरु नौवें पातशाह जी दे पावन पवित्र सचखंड दरबार अंदर इकत्र हो के सतगुरु गुरु नानक साहिब जी दे पावन पवित्र इतिहास की लड़ीवार कथा आप जी बहुत ही अदब सत्कार शरधा भावना सहित सरवण कर रहे हो। गरीबनवाज सतगुरु जी ने सचखंड जाण दे त्यारे कीते हन। अपने अनिन सेवक भाई सधारण जी, क्योंकि जदों गुरु अंगद देव साहब जी महाराज खडूर साहब चले गए
ਤਾਂ ਗੁਰੂ ਅੰਗਦ ਸਾਹਿਬ ਜੀ ਦੇ ਜਾਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਟਹਿਲ ਭਾਈ ਸਧਾਰਨ ਜੀ ਕਰਿਆ ਕਰਦੇ ਸਨ। ਭਾਈ ਸਧਾਰਨ ਜੀ ਨੂੰ ਹੁਕਮ ਕੀਤਾ ਕਿ ਸਾਡੇ ਸਰੀਰ ਤਿਆਗਣ ਦੀ ਜੋ ਜਗ੍ਹਾ ਹੈ ਉੱਥੇ ਚੰਗੀ ਤਰ੍ਹਾਂ ਪੋਚਾ ਆਦਿਕ ਫੇਰ ਕੇ ਸਾਫ਼ ਸਫਾਈ ਕਰੋ, ਪੁਸ਼ਪ ਆਦਿਕ ਸੁਗੰਧੀਦਾਰ ਵਸਤੂਆਂ ਦਾ ਚਰਚਣ ਕਰੋ, ਅੰਗੀਠੇ ਵਾਸਤੇ ਲੱਕੜਾਂ ਆਦਿਕ ਇਕੱਠੀਆਂ ਕਰਨ ਦਾ ਹੁਕਮ ਕੀਤਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ 4 ਚਾਦਰੇ ਆਪਣੇ ਪਾਸ ਰੱਖਿਆ ਕਰਦੇ ਸਨ, ਜਿਨ੍ਹਾਂ ਚੋਂ 2 ਚਾਦਰੇ ਮਹਾਰਾਜ ਜੀ ਸਰੀਰ ਤੇ ਧਾਰਦੇ ਤੇ 2 ਧੋਣ ਵਾਸਤੇ ਦੇ ਦਿੰਦੇ। ਭਾਈ ਸਧਾਰਨ ਨੂੰ ਹੁਕਮ ਕੀਤਾ ਇਹ 2 ਚਾਦਰੇ ਧੋ ਕੇ ਧੁੱਪੇ ਸੁਕਾ ਕੇ ਲੈ ਆਓ। ਗੁਰੂ ਹੁਕਮ ਦੀ ਪਾਲਣਾ ਕਰਕੇ ਭਾਈ ਸਧਾਰਨ ਜੀ ਚਾਦਰੇ ਧੋ ਕੇ ਠੱਪ ਕੇ ਸੁਕਾ ਕੇ ਸਤਿਗੁਰਾਂ ਕੋਲ ਲੈ ਆਏ। ਪਾਤਸ਼ਾਹ ਦੇ ਸੱਚਖੰਡ ਜਾਣ ਦੀ ਖਬਰ ਚਾਰੇ ਪਾਸੇ ਫੈਲੀ ਹੈ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਮਾਤਾ ਸੁਲੱਖਣੀ ਜੀ ਬੜੇ ਵਿਰਾਗ ਵਿੱਚ ਸਤਿਗੁਰਾਂ ਕੋਲ ਆਏ। ਮਹਾਰਾਜ ਜੀ ਨੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੂੰ ਹੁਕਮ ਕਰਕੇ ਬੁਲਾਇਆ ਕਿ ਸਾਹਿਬਜ਼ਾਦਿਆਂ ਨੂੰ ਬੁਲਾਓ ਤੇ ਆਖੋ ਅਸੀਂ ਸੱਚਖੰਡ ਜਾ ਰਹੇ ਹਾਂ। ਪਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਨੇ ਅੱਗੋਂ ਜਵਾਬ ਦਿੱਤਾ, ਆਖਿਆ ਇਹ ਕਿਵੇਂ ਹੋ ਸਕਦਾ, ਪਿਤਾ ਜੀ ਤਾਂ ਚੰਗੇ ਭਲੇ ਹਨ, ਅਸੀਂ ਨਹੀਂ ਆਉਣਾ। ਮਾਤਾ ਜੀ ਆਏ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ। ਅਸੂਬਦੀ ਸਪਤਮੀ ਦਾ ਦਿਨ ਸੀ। ਤੋ ਮਹਾਰਾਜ ਜੀ ਨੇ ਜਿਸ ਦਿਨ ਸੱਚਖੰਡ ਜਾਣ ਦੀ ਤਿਆਰੀ ਕੀਤੀ, ਮਾਤਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ 10ਵੀਂ ਵਾਲੇ ਦਿਨ ਸਰੀਰ ਤਿਆਗ ਦੇਣਾ, ਜਾਣਾ ਤਾਂ ਆਪ ਜੀ ਨੇ ਹੈ ਹੀ ਹੈ ਸੱਚਖੰਡ। ਉਹਦੇ ਤੋਂ ਪਹਿਲਾਂ ਆਪ ਜੀ ਵੱਡਾ ਲੰਗਰ ਕਰੋ, ਬ੍ਰਹਮ ਭੋਜ ਕਰੋ, ਤਾਂ ਜੋ ਪੰਥ ਵਿੱਚ ਇੱਕ ਪਿਰਤ ਚੱਲੇ ਕਿ ਸਤਿਗੁਰੂ ਜੀ ਭੋਜਨ ਛਕਾਣ ਦੀ ਪਿਰਤ ਪਵੇ। ਹਾਲਾਂਕਿ ਲੰਗਰ ਪ੍ਰਥਾ ਗੁਰੂ ਘਰ ਵਿੱਚ ਪਹਿਲੋਂ ਹੀ ਚੱਲ ਰਹੀ ਹੈ। ਆਪ ਜੀ ਕਿਰਪਾ ਕਰੋ ਮਹਾਰਾਜ, ਭਲੇ ਕਰਮਾਂ ਵਿੱਚ ਜੀਵਾਂ ਨੂੰ ਪ੍ਰੇਰਨ ਵਾਸਤੇ ਪਰਉਪਕਾਰ ਕਰੋ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਹੁਣ ਅਸੀਂ 10ਵੀਂ ਵਾਲੇ ਦਿਨ ਹੀ ਸਰੀਰ ਤਿਆਗਾਂਗੇ। ਇੱਥੇ ਖਾਲਸਾ ਜੀ ਇੱਕ ਗੱਲ ਸਪਸ਼ਟ ਹੋ ਰਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਨਮ ਤੇ ਮਰਨ ਵਿੱਚ ਨਹੀਂ ਹਨ। ਜੇ ਮਰਨ ਵਿੱਚ ਹੋਈਏ, ਸਾਡੇ ਸਰੀਰ ਮਰਨ ਅੰਦਰ ਹਨ। ਸਾਡੇ ਵਾਸਤੇ ਅਕਾਲ ਪੁਰਖ ਨੇ ਜਿੰਨੀ ਅਹੁਦ ਬਣਾ ਕੇ ਰੱਖੀ ਆ ਉਹਦੇ ਤੋਂ ਨਾ ਵੱਧ ਸਕਦੀ ਹੈ ਨਾ ਘਟ ਸਕਦੀ ਹੈ। ਅੰਕਾਣ ਘਾਲੇ ਸਭ ਦਿਵਸ ਸਾਸ, ਨਹਿ ਬੜਨ ਘਟਨ ਤਿਲਸਾਰ। ਪਰਮੇਸ਼ਰ ਨੇ ਸਾਡੇ ਦਿਨ ਸਵਾਸ ਗਿਣ ਕੇ ਭੇਜੇ ਨੇ, ਨਾ ਉਹ ਵੱਧ ਸਕਦੇ ਨੇ ਨਾ ਘਟ ਸਕਦੇ ਹਨ। ਪਰ ਸਤਿਗੁਰੂ ਜੀ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਇੱਛਾ ਨਾਲ ਅਵਤਾਰ ਧਾਰ ਕੇ ਆਏ ਹਨ ਔਰ ਆਪਣੀ ਇੱਛਾ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਚਖੰਡ ਜਾਣਾ ਹੈ। ਕੀ ਸਪਤਮੀ ਦੀ ਤਰੀਕ ਹੋਵੇ ਤੇ ਕੀ 10ਵੀਂ ਦੀ ਤਿਥ ਹੋਵੇ ਤਾਂ ਸਤਿਗੁਰਾਂ ਦੀ ਆਪਣੀ ਸਵੈ ਇੱਛਾ ਹੈ। ਆਓ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਸਮਾਵਣੇ ਦੀਆਂ ਤਿਆਰੀਆਂ ਕਰ ਰਹੇ ਨੇ, ਸਰਵਣ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਹੰ ਬੀਜ ਮਮਤਾ ਛਿਪਾ, ਰਾਗ ਦ્વੈਕ ਬੜ ਟਾਸ। 55ਵਾਂ ਅਧਿਆਏ ਪ੍ਰਾਰੰਭ ਹੋ ਰਿਹਾ ਹੈ। ਇਸ ਕਰਕੇ ਮਹਾਕਵੀ ਜੀ ਮੰਗਲ ਕਰ ਰਹੇ ਨੇ, ਗੁਰੂ ਸਾਹਿਬ ਜੀ ਦੇ ਭਜਨ ਦਾ ਮਹਾਤਮ ਦੱਸਦੇ ਨੇ ਕਿ ਗੁਰੂ ਨਾਨਕ ਸਾਹਿਬ ਦਾ ਭਜਨ ਕਰੀਏ ਤੇ ਕੀ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੇ ਭਜਨ ਦਾ ਮਹਾਤਮ ਦੱਸਦਿਆਂ ਕਹਿੰਦੇ ਕਿ ਜਿਹੜਾ ਹੰਕਾਰ ਹੈ ਇਹ ਬੀਜ ਹੈ, ਅਹੰਗ ਬੀਜ। ਸਾਡੇ ਅੰਦਰ ਜਿਹੜਾ ਹੰਕਾਰ ਹੈ ਇਹ ਬੀਜ ਕਹਿ ਸਕਦੇ ਹਾਂ। ਮਮਤਾ ਸਿਫਾ, ਤੇ ਜਿਹੜੀ ਪਦਾਰਥਾਂ ਨਾਲ ਸਾਡੇ ਅੰਦਰ ਮਮਤਾ ਦੀ ਬਿਰਤੀ ਹੈ ਇਹ ਜੜ ਹੈ ਦਰਖਤ ਦੀ। ਹੰਕਾਰ ਬੀਜ ਹੈ ਔਰ ਜਿਹੜੀ ਮਮਤਾ ਹੈ ਇਹ ਜੜ ਹੈ। ਰਾਗ ਦ્વੈਖ ਬੜ ਟਾਸ,
ਤੇ ਰਾਗ ਤੇ ਦਵੈਸ਼ ਦੀਆਂ ਜਿਹੜੀਆਂ ਬਿਰਤੀਆਂ ਨੇ ਇਹ ਵੱਡੇ ਟਹਿਣੇ ਹਨ ਸਾਡੇ ਅੰਦਰ ਉੱਗੇ ਹੋਏ ਦਰਖਤ ਦੇ। ਜਗ ਦਲ ਦੁਖ ਸੁਖ ਫਲ ਲਗੇ ਗੁਰ ਭਜ ਹੋਏ ਬਿਨਾਸ਼। ਔਰ ਇਹ ਜਿਹੜਾ ਜਗਤ ਹੈ ਇਹ ਪੱਤਿਆਂ ਵਾਂਗੂ ਲੱਗਾ ਹੋਇਆ ਇਸ ਦਰਖਤ ਨੂੰ। ਇਹ ਸੰਸਾਰ ਪੱਤੇ ਹਨ, ਦੁੱਖ ਤੇ ਸੋਖੇ ਦੋਵੇਂ ਫਲ ਲੱਗੇ ਹੋਏ ਨੇ। ਹੇ ਭਾਈ ਇਹੋ ਜਿਹਾ ਦਰਖਤ ਉੱਗਾ ਹੋਇਆ ਸਾਡੇ ਅੰਦਰ। ਹੁਣ ਇਹ ਦਰਖਤ ਦਾ ਵਿਨਾਸ਼ ਕਿਵੇਂ ਹੋਵੇਗਾ? ਇਹ ਦਰਖਤ ਨੂੰ ਸਾੜ ਕੇ ਸਵਾਹ ਕਰਨ ਦਾ ਤਰੀਕਾ ਕੀ ਹੈ? ਕਹਿੰਦੇ ਇੱਕੋ ਤਰੀਕਾ ਹੈ ਸਤਿਗੁਰਾਂ ਦਾ ਭਜਨ। ਜੇ ਤੂੰ ਗੁਰੂ ਦਾ ਭਜਨ ਕਰੇ ਤਾਂ ਇਸ ਦਰਖਤ ਦਾ ਵਿਨਾਸ਼ ਹੋ ਸਕਦਾ ਹੈ। ਚੌਪਈ ਸਪਤਮ ਬਾਸੁਰ ਸਗਰੋ ਐਸੀ। ਖਾਲਸਾ ਜੀ ਸਪਤਮੀ ਦਾ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਬਤੀਤ ਕੀਤਾ ਹੈ। ਬੀਤ ਗਿਓ ਵਰਣਨ ਕੀਏ ਜੈਸੀ। ਜਿਵੇਂ ਪਿੱਛੇ ਵਰਣਨ ਕਰਕੇ ਆਏ ਹਨ, ਜਿਵੇਂ ਕੱਲ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਹੈ ਸਾਰਾ ਬਚਨ, ਉਹ ਸਪਤਮੀ ਦਾ ਦਿਨ ਜਿਹੜਾ ਸਤਿਗੁਰੂ ਜੀ ਨੇ ਬਤੀਤ ਕੀਤਾ ਹੈ। ਗ੍ਰਾਮਨ ਕੇ ਨਰ ਜੋ ਤੈਂ ਗਏ। ਜਿਹੜੇ ਨੇੜੇ ਤੇੜੇ ਪਿੰਡਾਂ ਦੇ, ਗ੍ਰਾਮਾਂ ਦੇ, ਸ਼ਹਿਰਾਂ ਦੇ ਨਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਗੁਰ ਕਰਤਾਰ ਰਹਿਤ ਸੋ ਪਈ। ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰਾਂ ਨੇ ਦਸਵੀਂ ਵਾਲੇ ਦਿਨ ਸਰੀਰ ਤਿਆਗਣਾ ਹੈ ਤਾਂ ਉਹਨਾਂ ਆਖਿਆ 2 ਦਿਨ ਇੱਥੇ ਰਹਿ ਕੇ ਸਤਿਗੁਰਾਂ ਦੇ ਦਰਸ਼ਨ ਕਰੀਏ। ਉਹ ਕਰਤਾਰਪੁਰ ਸਾਹਿਬ ਹੀ ਜਿੰਨੀ ਸੰਗਤ ਆਈ ਸੀ ਨਗਰਾਂ ਚੋਂ ਉੱਥੇ ਹੀ ਟਿਕ ਗਏ ਜਿੰਨੇ ਗੁਰਸਿੱਖ ਸਨ। ਰੈਨ ਬਿਕੇ ਡੇਰਾ ਕਰ ਸੋਏ। ਸਪਤਮੀ ਦੀ ਰਾਤ ਨੂੰ ਸਾਰੀ ਸੰਗਤ ਨੇ ਕਰਤਾਰਪੁਰ ਸਾਹਿਬ ਹੀ ਡੇਰਾ ਕੀਤਾ। ਜਿੱਥੇ ਜਿੱਥੇ ਆਸਣ ਮਿਲੇ ਸਭ ਨੇ ਸੁਖ ਲੈਣਾ ਕੀਤਾ। ਜਿਨ ਮਨ ਦਰਸ਼ਨ ਪ੍ਰੇਮ ਪਿਗੋਏ। ਐਸੇ ਗੁਰੂ ਕੇ ਲਾਲ ਸਿੱਖ ਆਏ ਨੇ ਜਿਨ੍ਹਾਂ ਦੇ ਮਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਰੰਗ 'ਚ ਭਿੱਜੇ ਹੋਏ ਨੇ, ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰੇਮ ਵਸਦਾ ਹੈ। ਸਵਾ ਜਾਮ ਜਾਮਨ ਜਬ ਰਹੀ। ਜਦੋਂ ਸਵਾ ਪਹਿਰ ਰਾਤ ਰਹੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਯਾਨੀ ਕਿ ਅਸੂ ਸੁਦੀ ਅਸ਼ਟਮੀ ਦਾ ਦਿਨ ਆਇਆ। ਸਭਨ ਇਸ਼ਨਾਨ ਕੀਓ ਉਠ ਤਬਈ। ਅਸ਼ਟਮੀ ਵਾਲੇ ਦਿਨ ਜਿੰਨੀ ਸੰਗਤ ਸੀ ਸਾਰਿਆਂ ਨੇ ਉੱਠ ਕੇ ਇਸ਼ਨਾਨ ਪਾਨ ਕੀਤੇ ਹਨ। ਔਰ ਬਿਲੋਕੇ ਸਤਿਗੁਰ ਤਾਈ। ਮਹਾਰਾਜ ਜੀ ਦਾ ਦਰਬਾਰ ਸਜ ਗਿਆ। ਦੀਵਾਨ 'ਚ ਬੈਠ ਕੇ ਸਤਿਗੁਰੂ ਜੀ ਦਰਸ਼ਨ ਦੇਣ ਲੱਗੇ ਨੇ। ਜਿੰਨੀਆਂ ਸੰਗਤਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਪਰਸਦੀਆਂ ਹਨ। ਪਦ ਪੰਕਜ ਪਰ ਸੀਸ ਝੁਕਾਈ। ਸਤਿਗੁਰੂ ਜੀ ਦੇ ਸੋਹਣੇ ਜੇ ਚਰਨ ਕਮਲਾਂ ਤੇ ਆ ਕੇ ਜਿੰਨੀਆਂ ਸੰਗਤਾਂ ਨੇ ਬੜੇ ਅਦਬ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਹਨ। ਕੀਰਤਨ ਸੁਣੇ ਏਕ ਮਨ ਹੋਈ। ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਦੇ ਨੇ। ਪਾਤਸ਼ਾਹ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਆਸਾ ਜੀ ਦੇ ਵਾਰ ਦੇ ਕੀਰਤਨ ਦਾ ਨਾਦ ਪੂਰਿਆ ਜਾਂਦਾ ਹੈ। ਰਬਾਬੀ ਸਿੰਘ ਸਿੱਖ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਦੇ ਹਨ। ਸਾਰੀ ਸੰਗਤ ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਦੀ ਹੈ। ਹਿਰਦੇ ਵਿਕਾਰ ਨ ਵਿਆਪੇ ਕੋਈ। ਖਾਲਸਾ ਜੀ ਜਿੱਥੇ ਕਥਾ ਕੀਰਤਨ ਦੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਸੁਣਨ ਵਾਲੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਕਦੇ ਕਿਸੇ ਵਿਕਾਰ ਦਾ ਸਪਰਸ਼ ਨਹੀਂ ਹੁੰਦਾ। ਮਹਾਰਾਜ ਜੀ ਦੀ ਬਾਣੀ ਦਾ ਜਿੱਥੇ ਪਹਿਰਾ ਹੋਵੇ ਨਾ ਖਾਲਸਾ ਜੀ, ਕੋਈ ਭਾਵਨਾ ਸਹਿਤ ਗੁਰਬਾਣੀ ਸੁਣੇ ਜਾਂ ਪ੍ਰੇਮ ਸਹਿਤ ਗੁਰਬਾਣੀ ਪੜ੍ਹੇ, ਉਹਨਾਂ ਦੇ ਹਿਰਦਿਆਂ 'ਚ ਕਦੇ ਕੋਈ ਵਿਕਾਰ ਸਪਰਸ਼ ਕਰ ਹੀ ਨਹੀਂ ਸਕਦਾ। ਜਿੰਨੀ ਦੇਰ ਉਹ ਬਾਣੀ ਪੜ੍ਹਨਗੇ, ਜਿੰਨੀ ਦੇਰ ਉਹ ਬਾਣੀ ਸੁਣਨਗੇ, ਘੱਟੋ ਘੱਟ ਉਹਨਾਂ ਸਮਾਂ ਕੋਈ ਵਿਕਾਰ ਨਹੀਂ ਉਹਨਾਂ ਨੂੰ ਫੁਰੇਗਾ। ਐਸਾ ਸਤਿਗੁਰਾਂ ਦੀ ਬਾਣੀ ਦਾ ਪ੍ਰਤਾਪ ਹੈ। ਅਸ਼ਟਮ ਦਿਵਸ ਪ੍ਰਕਾਸ਼ਿਓ ਪਾਨਾ। ਇਸੇ ਤਰ੍ਹਾਂ ਅਸ਼ਟਮੀ ਦਾ ਦਿਨ ਚੜ ਗਿਆ, ਸੂਰਜ ਦਾ ਪ੍ਰਕਾਸ਼ ਹੋ ਗਿਆ ਆਕਾਸ਼ ਵਿੱਚ। ਭੋਜਨ ਪੇ ਤਿਆਰ ਬਿਦ ਨਾਨਾ। ਨਾਨਾ ਪ੍ਰਕਾਰ ਦੇ ਭੋਜਨ ਸਤਿਗੁਰੂ ਦੇ ਹੁਕਮ ਦੇ ਨਾਲ ਲੰਗਰਾਂ 'ਚ ਤਿਆਰ ਹੋਣ ਲੱਗੇ। ਧਰਮਸਾਲ ਤੇ ਉਠ ਸੁਖ ਰਾਸਾ। ਜਦੋਂ ਕਈ ਤਰ੍ਹਾਂ ਦੇ ਭੋਜਨ ਪਕਵਾਨ ਬਣ ਗਏ, ਸਤਿਗੁਰੂ ਜੀ ਆਪਣੀ ਧਰਮਸ਼ਾਲਾ 'ਚੋਂ ਉੱਠ ਕੇ ਦਰਬਾਰ 'ਚੋਂ ਆਏ ਹਨ। ਗਏ ਸੁਲੱਖਣੀ ਕੀਰ ਆਵਾਸਾ। ਔਰ ਜਗਤ ਮਾਤਾ ਮਾਤਾ ਸੁਲੱਖਣੀ ਜੀ ਜਿੱਥੇ ਰਹਿੰਦੇ ਸਨ ਮਹਿਲਾਂ 'ਚ, ਸਤਿਗੁਰੂ ਜੀ ਉੱਥੇ ਗਏ, ਮਾਤਾ ਸੁਲੱਖਣੀ ਜੀ ਨੂੰ ਜਾ ਕੇ ਦਰਸ਼ਨ ਦਿੱਤੇ। ਵਿਦ ਸੋ ਲਗੇ ਕਰਾਵਨ ਸ਼ਰਾਧੂ। ਔਰ ਵਿਧੀ ਸਹਿਤ ਸਾਰੀ ਸੰਗਤ ਨੂੰ ਪੰਗਤਾਂ 'ਚ ਬਿਠਾ ਕੇ ਮਹਾਰਾਜ ਜੀ ਭੋਜਨ ਵਰਤਾਉਣ ਲੱਗੇ। ਖੁਦ ਸਤਿਗੁਰੂ ਜੀ ਆਪਣੇ ਹੱਥੀਂ ਸੇਵਾ ਕਰ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਪੰਥ ਵਿੱਚ ਪਿਰਤ ਪਾਉਣ ਵਾਸਤੇ ਕਿ ਕੱਲ ਨੂੰ ਕੋਈ ਇਹ ਨਾ ਆਖੇ ਕੋਈ ਵੱਡੇ ਰੁਤਬੇ ਤੇ ਪਹੁੰਚ ਕੇ ਉਹ ਸੇਵਾ ਕਰੇ ਤੇ ਉਹਨੂੰ ਹਾਨੀ ਹੋਵੇਗੀ। ਖਾਲਸਾ ਜੀ, ਸਤਿਗੁਰਾਂ ਦੇ ਘਰ ਵਿੱਚ ਜਿੱਡੇ ਵੱਡੇ ਮਰਜ਼ੀ ਰੁਤਬੇ ਤੇ ਕੋਈ ਹੋਵੇ, ਸੇਵਾ ਕਰਕੇ ਉਹਨੂੰ ਸਤਿਗੁਰਾਂ ਦੇ ਘਰ ਚੋਂ ਮਾਣ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੇ ਦਰਬਾਰ ਵਿੱਚ, ਜੋੜੇ ਘਰ ਵਿੱਚ, ਲੰਗਰਾਂ ਵਿੱਚ ਸੇਵਾਵਾਂ ਨਿਭਾ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ। ਜਿੰਨੀ ਸੰਗਤ ਸੀ ਸਾਰੀ ਸੰਗਤ ਨੂੰ ਪਾਤਸ਼ਾਹ ਨੇ ਪੰਗਤਾਂ ਵਿੱਚ ਬਿਠਾਉਣਾ ਕੀਤਾ ਹੈ। ਭਜੇ ਸਾਧੂ ਜੈ ਪਰਮ ਅਗਾਧੂ। ਐਸੇ ਸਤਿਗੁਰੂ ਜੀ ਜਿਨ੍ਹਾਂ ਨੂੰ ਵੱਡੇ ਵੱਡੇ ਸਾਧੂ ਤਪਸਵੀ ਆਰਾਧਦੇ ਹਨ, ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ 'ਚ ਧਾਰਦੇ ਹਨ। ਪ੍ਰਾਪਤ ਮੁਕਤ ਲਏ ਜਿਨ ਨਾਮੋ। ਜਿਨ੍ਹਾਂ ਦਾ ਨਾਂ ਲਿਆ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ। ਗੁਰੂ ਨਾਨਕ ਸਾਹਿਬ ਦਾ ਨਾਂ ਲਈਏ ਨਾ ਤੇ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ ਕੇਵਲ ਨਾਮ ਲੈਣ ਨਾਲ। ਤਾਏ ਬ੍ਰਹਮ ਭੋਜ ਕਿਆ ਕਰ ਬੇਕਾਮੋ। ਕਹਿੰਦੇ ਹੁਣ ਕੋਈ ਆਖੇ ਵੀ ਉਹਨਾਂ ਨੂੰ ਇਹ ਬ੍ਰਹਮ ਭੋਜ ਕਰਨ ਦੀ ਕੀ ਲੋੜ ਹੈ ਭਲਾ? ਜਿਹੜੇ ਆਪ ਪਰਮੇਸ਼ਰ ਨੇ ਉਹਨਾਂ ਨੂੰ ਕੀ ਲੋੜ ਹੈ ਏਦਾਂ ਬ੍ਰਹਮ ਭੋਜ ਕਰਕੇ ਆਈ ਸੰਗਤ ਨੂੰ ਭੋਜਨ ਛਕਾਣ ਦੀ? ਤਦਪ ਨਰ ਮਰਿਆਦਾ ਪਾਰਨ। ਪਾਤਸ਼ਾਹ ਫਿਰ ਵੀ ਕਿਉਂਕਿ ਨਰ ਮਰਿਆਦਾ ਪਾਲਣੀ ਆ ਨਾ, ਸਿੱਖਾਂ ਵਿੱਚ ਇਹ ਮਰਿਆਦਾ ਚਲਾਉਣੀ ਹੈ। ਲੀਲਾ ਕਰਹੀਂ ਨਰਕ ਨਿਵਾਰਨ। ਨਰਕ ਨਿਵਾਰਨੇ ਵਾਲੇ ਸਤਿਗੁਰੂ ਜੀ ਆਪ ਲੀਲਾ ਕਰ ਰਹੇ ਨੇ, ਆਪ ਭੋਜਨ ਵਰਤਾ ਰਹੇ ਨੇ। ਉਠ ਪੁਨ ਗਮਨੇ ਦੇਗ ਸਥਾਨਾ। ਜਦੋਂ ਲੰਗਰ ਤਿਆਰ ਹੋ ਗਏ ਫਿਰ ਜਿੱਥੇ ਲੰਗਰ ਪੱਕਦਾ ਹੈ ਪਾਤਸ਼ਾਹ ਉਸ ਜਗ੍ਹਾ ਤੇ ਗਏ ਹਨ। ਸਰਬ ਬਿਲੋਕੇ ਭੋਜਨ ਨਾਨਾ। ਪਾਤਸ਼ਾਹ ਨੇ ਆਪ ਨਿਗਾਹ ਮਾਰ ਕੇ ਸਾਰੇ ਭੋਜਨ ਪੱਕੇ ਵੇਖੇ ਨੇ ਵੱਡੇ ਵੱਡੇ ਦੇਗਾਂ ਵਿੱਚ। ਖਾਲਸਾ ਜੀ, ਦੇਗ ਵੀ ਜਿਹੜੀਆਂ ਵੱਡੀਆਂ ਵੱਡੇ ਬਰਟੋਏ ਦੇਗ ਨੇ, ਇਹ ਗੁਰੂ ਘਰ ਵਿੱਚ ਹੀ ਸਭ ਤੋਂ ਪਹਿਲਾਂ ਇਹਨਾਂ 'ਚ ਲੰਗਰ ਪੱਕਣਾ ਤਿਆਰ ਹੋਇਆ। ਵੱਡੀਆਂ ਵੱਡੀਆਂ ਦੇਗਾਂ ਜਿਹੜੀਆਂ ਨੇ ਗੁਰੂ ਘਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਇਹ ਤਿਆਰ ਕੀਤੀਆਂ ਸਨ। ਤੋਂ ਵੱਡੇ ਵੱਡੇ ਦੇਗੇ, ਵੱਡੇ ਵੱਡੇ ਜਿਹੜੇ ਕੜਾਏ ਨੇ ਉਹਨਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ, ਭੋਜਨ, ਸਬਜ਼ੀਆਂ, ਭਾਜੀਆਂ ਉਹ ਬਣੀਆਂ ਸਤਿਗੁਰੂ ਜੀ ਨੇ ਜਾ ਕੇ ਵੇਖੀਆਂ। ਹੋਰ ਠੋਰ ਨਰ ਭੇਜ ਬੁਲਾਏ। ਜਿੰਨੇ ਆਲੇ ਦੁਆਲੇ ਸੰਗਤ ਸੀ ਸਭ ਨੂੰ ਮਹਾਰਾਜ ਜੀ ਨੇ ਸੱਦੇ ਭੇਜ ਕੇ ਬੁਲਾਇਆ। ਕੋਈ ਮਹਾਤਮਾ, ਸਾਧੂ, ਸੰਨਿਆਸੀ, ਬੈਰਾਗੀ ਬੜੇ ਆਏ ਹੋਏ ਸੀ ਕਰਤਾਰਪੁਰ ਸਾਹਿਬ। ਸਾਰਿਆਂ ਨੂੰ ਸੱਦਾ ਭੇਜਿਆ, ਭਾਈ ਸਾਹਿਬ ਆ ਜਾਓ, ਲੰਗਰਾਂ ਵਿੱਚ ਆ ਕੇ ਪੰਗਤਾਂ 'ਚ ਸੱਜ ਕੇ ਪ੍ਰਸ਼ਾਦਾ ਛਕੋ। ਸੁਨਾਇਸ ਸਭ ਹੀ ਚਲ ਆਏ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਨਗਰ ਨਿਵਾਸੀ ਜਿੰਨੇ ਵੀ ਸੰਗਤ ਆਈ ਹੋਈ ਸੀ, ਬੜੇ ਬੜੇ ਸੰਨਿਆਸੀ, ਹਿੰਦੂ, ਮੁਸਲਮਾਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਕਈ ਵਰਨਾਂ ਦੇ ਲੋਕ ਆਏ ਹੋਏ, ਸਭ ਪਹੁੰਚ ਗਏ ਗੁਰੂ ਕੇ ਲੰਗਰਾਂ ਵਿੱਚ। ਪੰਡਤ ਸੰਨਿਆਸੀ ਬੈਰਾਗੀ। ਵੱਡੇ ਵੱਡੇ ਪੰਡਤ, ਸੰਨਿਆਸੀ, ਵੈਰਾਗੀ ਆਏ ਹਨ। ਜੋਗੀ ਪੁਨਿਆਈ ਬੜ ਭਾਗੀ। ਯੋਗੀ ਆਏ ਨੇ। ਗੱਲ ਕੀ ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਲੰਗਰਾਂ 'ਚ ਲੰਗਰ ਛਕਣ ਆਏ ਹਨ। ਅਵਰ ਭੇਖ ਕੇ ਤਖਤੇ ਆਏ। ਕਈ ਤਰ੍ਹਾਂ ਦੇ ਭੇਖਾਂ ਦੇ ਜਿਹੜੇ ਲੋਕ ਸਨ ਉਹ ਸਭ ਚੱਲ ਕੇ ਆਏ। ਸਭ ਗੁਰ ਪਾਂਤੇ ਪਾਂਤ ਬਸਾਏ। ਸਾਰਿਆਂ ਨੂੰ ਪੰਗਤਾਂ ਵਿੱਚ ਮਹਾਰਾਜ ਜੀ ਨੇ ਹੁਕਮ ਕਰਕੇ ਬਿਠਾਇਆ। ਜਿੰਨੀ ਸੰਗਤ ਆਈ ਸਭ ਨੂੰ ਪੰਗਤ ਵਿੱਚ ਪੰਗਤਾਂ ਵੱਖੋ ਵੱਖਰੀਆਂ ਸਭ ਦੀਆਂ ਲਾ ਦਿੱਤੀਆਂ। ਚਾਰ ਵਰਨ ਹਿੰਦੂ ਤੈ ਥਾਈ। ਚਾਰਾਂ ਵਰਨਾਂ ਦੇ ਲੋਕ ਜਿਹੜੇ ਹਿੰਦੂ ਕਹਾਉਂਦੇ, ਮੁਸਲਮਾਨ ਕਹਾਉਂਦੇ ਸਭ ਆਏ ਨੇ। ਪਿੰਨ ਪਿੰਨ ਸਭ ਦੀਨ ਬਿਠਾਈ। ਸਾਰਿਆਂ ਦੀਆਂ ਪੰਗਤਾਂ ਲਵਾ ਕੇ ਮਹਾਰਾਜ ਜੀ ਨੇ ਇੱਕ ਸਾਰ ਬਿਠਾ ਦਿੱਤਾ। ਮਿਲੇ ਬਹੁਤ ਸਿੱਖ ਸੇਵਕ ਬ੍ਰਿੰਦਾ। ਮਹਾਰਾਜ ਜੀ ਦੇ ਜਿੰਨੇ ਸਿੱਖ ਨੇ, ਸੇਵਕ ਨੇ, ਉਹ ਵੀ ਸਭ ਚੱਲ ਕੇ ਆਏ ਹਨ। ਪਾਤ ਬਸਾਈ ਸ਼੍ਰੀ ਸੁਖ ਕੰਦਾ। ਸਾਰਿਆਂ ਸਿੱਖਾਂ ਦੀ ਪੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਠਾਈ ਹੈ। ਆਇਸ ਦੀਨ ਅਰਾਲਕ ਤਾਈ। ਜਿਹੜੇ ਰਸੋਈਏ ਸਨ ਉਹਨਾਂ ਨੂੰ ਹੁਕਮ ਕੀਤਾ ਵੀ ਹੁਣ ਸਾਰਿਆਂ ਵਿੱਚ ਭੋਜਨ ਵਰਤਾਓ। ਪ੍ਰਥਮੇ ਸਤ ਨਾਮ ਮੁਖ ਗਾਈ। ਮਹਾਰਾਜ ਜੀ ਨੇ ਜਿੰਨਾ ਚਿਰ ਭੋਜਨ ਵਰਤਦਾ ਹੈ ਸਾਰਿਆਂ ਦੇ ਅੱਗੇ ਭਾਂਡੇ ਪਰੋਸੇ ਜਾ ਰਹੇ ਨੇ, ਭੋਜਨ ਪਰੋਸਿਆ ਜਾ ਰਿਹਾ ਹੈ। ਉਨੀ ਦੇਰ ਤੱਕ ਜਿੰਨੀ ਸੰਗਤ ਬੈਠੀ ਸਭ ਨੂੰ ਮਹਾਰਾਜ ਜੀ ਨਾਮ ਜਪਾਉਂਦੇ। ਆਖਿਆ ਭਾਈ ਸਾਰਿਆਂ ਨੇ ਨਾਮ ਜਪਣਾ, ਕਿਸੇ ਨੇ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ, ਇਹ ਮਰਿਆਦਾ ਹੈ। ਹੁਣ ਵੀ ਜਦੋਂ ਲੰਗਰਾਂ ਵਿੱਚ ਪੰਗਤ ਲੱਗਦੀ ਹੈ ਤੇ ਜਿੰਨਾ ਚਿਰ ਪੰਗਤ ਵਿੱਚ ਲੰਗਰ ਪ੍ਰਸ਼ਾਦਾ ਵਰਤਣਾ ਹੁੰਦਾ, ਥਾਲ ਵਰਤਦੇ ਹੁੰਦੇ ਨੇ, ਉਹਨਾਂ ਚਿਰ ਸੰਗਤ ਨੂੰ ਨਾਮ ਜਪਾਇਆ ਜਾਂਦਾ ਹੈ। ਗੁਰੂ ਲੰਗਰਾਂ ਵਿੱਚ ਹੁਣ ਵੀ ਇਹ ਮਰਿਆਦਾ, ਚਾਹੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ, ਜਦੋਂ ਨਵੀਂ ਪੰਗਤ ਲੱਗਦੀ ਹੈ
ਸਾਰਿਆਂ ਅੱਗੇ ਭਾਂਡੇ ਵਰਤਾਏ ਜਾਂਦੇ ਹਨ। ਜਿੰਨਾ ਚਿਰ ਭੋਜਨ ਨਹੀਂ ਵਰਤਦਾ ਸਾਰਿਆਂ ਦੀਆਂ ਥਾਲਾਂ ਵਿੱਚ, ਉਹਨੇ ਚਿਰ ਤੱਕ ਭਜਨ ਕਰਾਇਆ ਜਾਂਦਾ, ਨਾਮ ਜਪਾਇਆ ਜਾਂਦਾ ਹੈ। ਤੋ ਸਤਿਗੁਰੂ ਜੀ ਨੇ ਮਰਿਆਦਾ ਚਲਾਈ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ। ਆਖਿਆ ਜਿੰਨਾ ਚਿਰ ਸਾਰਿਆਂ 'ਚ ਭੋਜਨ ਨਹੀਂ ਵਰਤਦਾ ਸਾਰਿਆਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਇਹ ਜਾਪ ਜਪਾਇਆ ਜਾਵੇ। ਸਾਰੀ ਸੰਗਤ ਨੂੰ ਜਾਪ ਜਪਾਇਆ ਜਾ ਰਿਹਾ ਹੈ। ਸਭ ਕੋ ਦਿਓ ਆਹਾਰ ਵਰਤਾਈ। ਮਹਾਰਾਜ ਜੀ ਆਖਿਆ ਸਭ ਨੂੰ ਭੋਜਨ ਇਕਸਾਰ ਵਰਤਾਉਣਾ ਹੈ। ਜਦੋਂ ਲੰਗਰ ਕਿਸੇ ਨੇ ਵਰਤਾਵੇ ਨੇ ਵਰਤਾਉਣਾ ਉਹਦੇ ਲਈ ਹਦਾਇਤ ਹੈ। ਚਾਹੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਵੇ, ਚਾਹੇ ਉਹ ਲੰਗਰ ਵਰਤਾਵੇ। ਜਿਹੜਾ ਵਰਤਾਰਾ ਹੈ ਉਹਦੇ ਲਈ ਹਦਾਇਤ ਹੈ ਰਹਿਤਨਾਮਿਆਂ 'ਚ ਕਿ ਸਭ ਨੂੰ ਇਕਸਾਰ ਵਰਤਾਵੇ। ਜਦੋਂ ਵਰਤਾਵੇ ਉਦੋਂ ਕਿਸੇ ਨਾਲ ਕਾਣੀ ਵੰਡ ਨਾ ਕਰੇ ਵੀ ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ। ਹਾਂ ਜੇ ਅੱਗੋਂ ਕੋਈ ਵਰਤਾਰਾ ਲੈਣ ਵਾਲਾ ਕਹੇ ਵੀ ਮੈਨੂੰ ਥੋੜਾ ਚਾਹੀਦਾ, ਸਵਾਇਆ ਚਾਹੀਦਾ, ਤਾਂ ਗੱਲ ਵੱਖਰੀ ਹੈ। ਪਰ ਜਦੋਂ ਉਹ ਵੇਖੇ ਵੀ ਇਹਦੇ ਨਾਲ ਮੇਰੀ ਬਣਦੀ ਨਹੀਂ, ਇਹਨੂੰ ਘੱਟ ਦੇ ਦੇਣਾ, ਜਿਹਦੇ ਨਾਲ ਬਣਦੀ ਹੈ ਇਹਨੂੰ ਵੱਧ ਦੇ ਦੇਣਾ। ਵਰਤਾਰੇ ਦੀ ਇਹ ਬਿਰਤੀ ਨਹੀਂ ਹੋਣੀ ਚਾਹੀਦੀ। ਵਰਤਾਰੇ ਦੀ ਇਕਸਾਰ ਬਿਰਤੀ ਹੋਣੀ ਚਾਹੀਦੀ, ਸਭ ਨੂੰ ਇੱਕੋ ਜਿਹਾ ਵਰਤਾਵੇ। ਹਾਂਜੀ, ਜੇ ਕੋ ਚਾਹੇ ਸੋ ਦੇਹੁ ਪਹੁੰਚਾਈ। ਤੇ ਜੇ ਕੋਈ ਚਾਹਵੇ ਕਿਸੇ ਨੂੰ ਜਿਹਨੂੰ ਜਿੱਥੇ ਜਿੱਥੇ ਜਿਹੜੀ ਜਿਹੜੀ ਵਸਤੂ ਦੀ ਲੋੜ ਹੈ ਮਹਾਰਾਜ ਜੀ ਕਹਿੰਦੇ ਉਹਦੇ ਤੱਕ ਪਹੁੰਚਦਾ ਕਰੋ। ਉੱਚੇ ਥਲ ਪਰ ਬੈਠੇ ਸੁਆਮੀ। ਸਤਿਗੁਰੂ ਜੀ ਆਪ ਉੱਚੇ ਥਾਂ ਤੇ ਬੈਠੇ ਨੇ, ਸਾਰੀ ਸੇਵਾ ਆਪਣੀ ਨਿਗਰਾਨੀ 'ਚ ਕਰਵਾ ਰਹੇ ਨੇ। ਸਬਨ ਬਿਲੋਕ ਤੇ ਅੰਤਰਜਾਮੀ। ਜਿੰਨੀ ਸੰਗਤ ਭੋਜਨ ਛਕ ਰਹੀ ਹੈ ਅੰਤਰਜਾਮੀ ਸਤਿਗੁਰੂ ਜੀ ਸਾਰਿਆਂ ਵੱਲ ਵੇਖ ਰਹੇ ਨੇ। ਪਰੋਸਨ ਲਗੇ ਆਹਾਰ ਕਨੇਰਾ। ਮਹਾਰਾਜ ਜੀ ਦਾ ਹੁਕਮ ਮੰਨ ਕੇ ਵਰਤਾਰੇ ਜਿਹੜੇ ਸਨ ਉਹ ਲੰਗਰ ਵਰਤਾਉਣ ਲੱਗੇ ਹਨ। ਬਹੁਤ ਰਸੋਈਏ ਹੋਏ ਬਿਨ ਦੇਰਾ। ਬਹੁਤ ਸਾਰੇ ਰਸੋਈਏ ਵਰਤਾਰੇ ਲਾਂਗਰੀ ਬਿਨਾਂ ਦੇਰੀ ਤੋਂ ਭੋਜਨ ਵਰਤਾ ਰਹੇ ਨੇ। ਇੱਕ ਬਾਰ ਦੇ ਆਵੇਂ ਜਾਈ। ਕਹਿੰਦੇ ਇੱਕੋ ਵਾਰੀ ਇੰਨਾ ਖੁੱਲਾ ਗੱਫਾ ਥਾਲ 'ਚ ਦੇ ਕੇ ਆਉਂਦੇ। ਬੋਰ ਨ ਜਾਚਨ ਕੀ ਰਹਿ ਚਾਈ। ਕਹਿੰਦੇ ਉਹਨੂੰ ਦੁਬਾਰਾ ਮੰਗਣਾ ਹੀ ਨਹੀਂ ਪੈਂਦਾ। ਇੰਨਾ ਕਹਿੰਦੇ ਲੰਗਰ ਖੁੱਲਾ ਗੱਫਾ ਵਰਤਾ ਦਿੰਦੇ ਕਿ ਉਹਨੂੰ ਦੁਬਾਰਾ ਨਹੀਂ ਮੰਗਣਾ ਪੈਂਦਾ। ਜੈ ਮਾਨਵ ਕੀ ਗਿਣਤੀ ਨਾਈ। ਕਹਿੰਦੇ ਗਿਣਤੀ ਕੋਈ ਨਹੀਂ ਵੀ ਕਿੰਨੀ ਕੁ ਸੰਗਤ ਹੈ ਜਿਹੜੀ ਛਕ ਰਹੀ ਹੈ ਲੰਗਰ 'ਚ। ਜੇ ਆਖੀਏ ਵੀ ਉਹਨਾਂ ਦੀ ਗਿਣਤੀ ਕਰਨੀ ਹੋਵੇ ਕਹਿੰਦੇ ਗਿਣਤੀ ਨਹੀਂ ਹੁੰਦੀ। ਸਬਨ ਦੀਨ ਕੋ ਛੂਛ ਨ ਆਹੀ। ਸਾਰੀ ਸੰਗਤ ਨੂੰ ਭੋਜਨ ਵਰਤਾਇਆ। ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਵਿੱਚ ਖਾਲੀ ਨਹੀਂ ਪਰਤਿਆ। ਪੰਚਾਮ੍ਰਿਤ ਕਚੋਰੀ ਪੂਰੀ। ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤੀਆਂ ਨੇ। ਕਚੋਰੀਆਂ ਦਾ ਲੰਗਰ ਵਰਤ ਰਿਹਾ ਹੈ। ਪਾਇਸ ਪੂਪ ਸਾਧ ਜਿਨ ਪੂਰੀ। ਖੀਰ ਵਰਤ ਰਹੀ ਹੈ, ਪੂੜੀਆਂ ਵਰਤ ਰਹੀਆਂ ਨੇ, ਪੂੜੇ ਵਰਤ ਰਹੇ ਨੇ। ਸਿਤਾ ਕ੍ਰਿਤਬੋ ਉਪਰ ਪਾਏ। ਕਹਿੰਦੇ ਵਰਤਾ ਕੇ ਫਿਰ ਉੱਤੋਂ ਵੀ ਘਿਓ ਤੇ ਖੰਡ ਮਿਲਾ ਕੇ ਵਰਤਾਈ ਜਾ ਰਹੀ ਹੈ। ਸ਼ੱਕਰ 'ਚ ਘਿਓ ਪਾ ਕੇ ਸ਼ੱਕਰ ਘਿਓ ਵਰਤਾਇਆ ਜਾ ਰਿਹਾ ਹੈ। ਦਦ ਸਲਵਨ ਨੀਕੇ ਮਨ ਪਾਏ। ਔਰ ਕਹਿੰਦੇ ਦਹੀਂ ਜਿਹਦੇ 'ਚ ਪਕੌੜੇ ਆਦਿਕ ਪਾਏ ਹੋਏ ਨੇ ਬੜੇ ਬਣਾ ਕੇ ਮਾਹਾਂ ਦੇ ਦਾਲ ਦੇ, ਉਹ ਵਰਤਾਈ ਜਾ ਰਹੀ ਹੈ। ਜੀਰਾ ਪਾਇਆ ਹੋਇਆ ਦਹੀਂ ਦੇ ਵਿੱਚ, ਸੂਖਮ ਲੰਮੇ ਚਾਵਲ ਵਰਤਾਏ ਜਾ ਰਹੇ ਨੇ। ਅੱਜ ਕੱਲ ਜੇ ਗੁਰੂ ਘਰ ਵਿੱਚ ਕਿਤੇ ਚੰਗਾ ਲੰਗਰ ਵਰਤਦਾ ਹੋਵੇ ਆਪ ਨਾ ਦੇ ਚੁਰੂ ਭਰਪਾਨੀ। ਉਹ ਕਈ ਇਹੋ ਜਿਹੇ ਲੋਕ ਹੁੰਦੇ ਕਹਿੰਦੇ ਵੇਖੋ ਜੀ ਇਹ ਲੰਗਰ ਥੋੜੀ ਹੈ, ਲੰਗਰ ਵਿੱਚ ਤਾਂ ਦਾਲ ਪ੍ਰਸ਼ਾਦਾ ਹੁੰਦਾ। ਕਿਉਂ ਭਾਈ? ਗੁਰੂ ਕੇ ਲੰਗਰਾਂ ਦੇ ਵਿੱਚ ਕੋਈ ਚੰਗਾ ਪਕਵਾਨ ਬਣ ਜੇ ਵਰਤ ਜੇ ਤੇ ਇਹਦੇ 'ਚ ਕਿਸੇ ਨੂੰ ਕੀ ਆਪੱਤੀ ਹੈ? ਮਹਾਰਾਜ ਜੀ ਦੇ ਲੰਗਰਾਂ ਵਿੱਚ ਹੀ ਵਰਤ ਰਿਹਾ ਹੈ, ਪਾਤਸ਼ਾਹ ਦੇ ਸਮੇਂ ਵੀ ਵਰਤਦਾ ਰਿਹਾ ਹੈ। ਕਹਿੰਦੇ ਕਈ ਤਰ੍ਹਾਂ ਦੇ ਭਾਂਤ ਭਾਂਤ ਦੇ ਬਾਦਸ਼ਾਹ ਦਾ ਲੰਗਰ ਹੈ। ਇੱਥੇ ਸੰਸਾਰ ਦੇ ਵਿੱਚ ਛੋਟੀਆਂ ਛੋਟੀਆਂ ਪਦਵੀਆਂ ਦੇ ਲੋਕ ਹੁੰਦੇ, ਘਰਾਂ ਵਿੱਚ ਜਦੋਂ ਕਿਤੇ ਬਹੁਤ ਵੱਡਾ ਲੰਗਰ ਆਦਿਕ ਕਰਦੇ ਕਿੰਨੇ ਤਰ੍ਹਾਂ ਦੇ ਪਕਵਾਨ ਬਣਾਉਂਦੇ। ਇਹ ਬਾਦਸ਼ਾਹ ਦਰਵੇਸ਼ ਦਾ ਘਰ ਹੈ ਤੇ ਉਹਨਾਂ ਦੇ ਘਰ ਵਿੱਚ ਜੇ ਵਧੀਆ ਲੰਗਰ ਵਰਤੇ ਤੇ ਕਿਉਂ ਕਿੰਤੂ ਪਰੰਤੂ ਕਰਦੇ ਨੇ ਲੋਕ। ਕਹੇ ਜੀ ਲੰਗਰਾਂ ਤੇ ਹੀ ਸਾਰਾ ਜ਼ੋਰ ਲਾਈ ਜਾਂਦੇ। ਜਿਹੜੇ ਲੰਗਰਾਂ ਚ ਲਾਉਂਦੇ ਉਹ ਲੰਗਰਾਂ ਚ ਲਾ ਲਓ, ਜੇ ਤੁਸੀਂ ਨਹੀਂ ਲਾਇਆ ਕਿਤੇ ਜ਼ੋਰ ਤੁਸੀਂ ਹੋਰ ਪਾਸੇ ਲਾ ਲਓ ਜਿੱਧਰ ਹੋਰ ਲੋੜ ਹੈ। ਇਹ ਥੋੜੀ ਆ ਵੀ ਲੰਗਰ ਬੰਦ ਕਰਕੇ ਤੁਸੀਂ ਹੋਰ ਦੂਜਾ ਨਵਾਂ ਕੰਮ ਸ਼ੁਰੂ ਕਰ ਦਿਓ। ਲੰਗਰ ਵੀ ਚੱਲਣ ਨਾਲ ਲੰਗਰ ਦੇ ਹੋਰ ਕੰਮ ਜਿਹੜੇ ਨੇ ਸਮਾਜ ਭਲਾਈ ਦੇ ਉਹ ਵੀ ਕਰ ਲਓ, ਨਾਲ ਜੋੜ ਲਓ। ਇਹ ਨਹੀਂ ਵੀ ਇੱਕ ਬੰਦ ਕਰਕੇ ਦੂਜਾ ਚੰਗਾ ਕੰਮ ਸ਼ੁਰੂ ਕਰ ਦਿਓ। ਐਸਾ ਨਹੀਂ ਹੋਇਆ ਕਰਦਾ ਕਿ ਅੱਗਾ ਦੌੜ ਤੇ ਪਿੱਛਾ ਚੌੜ।
ਇਹ ਕਹਾਵਤ ਹੈ, ਇਹ ਨਹੀਂ ਵਰਤਾਣੀ ਚਾਹੀਦੀ। ਕਹਿੰਦੇ ਲੰਗਰ ਵਰਤ ਰਹੇ ਨੇ, ਦੱਸ ਰਹੇ ਨੇ ਦਹੀਂ ਵਰਤ ਰਹੀ ਆ ਜਿਹਦੇ ਚ ਜੀਰਾ ਆਦਿਕ ਪਾਇਆ ਹੋਇਆ ਹੈ। ਸੂਖਮ ਚਾਵਰ ਪਹਿਤ ਜੋ ਚਾਹੀ। ਕਹਿੰਦੇ ਸੂਖਮ ਚਾਵਲ, ਜਿਨ੍ਹਾਂ ਨੂੰ ਆਪਾਂ ਅੱਜ ਕੱਲ ਬਾਸਮਤੀ ਦੇ ਚਾਵਲ ਕਹਿੰਦੇ ਆ, ਉਹ ਵਰਤ ਰਹੇ ਨੇ। ਤੁਰਤ ਪੁਚਾਵੇਂ ਸਭ ਕੇ ਪਾਹੀ। ਜਿਹਨੂੰ ਚਾਹੀਦਾ ਉਹਦੇ ਕੋਲ ਤੁਰਤ ਫੁਰਤ ਪਹੁੰਚਦਾ ਹੈ। ਪਇਓ ਆਹਾਰ ਅਖੁੱਟ ਸਭ ਭਾਂਤੀ। ਕਹਿੰਦੇ ਜਿੰਨਾ ਲੰਗਰ ਵਰਤ ਰਿਹਾ ਅਖੋਟੀ ਵਰਤ ਰਿਹਾ, ਖੁੱਲੇ ਗੱਫੇ ਵਰਤਾਏ ਜਾ ਰਹੇ ਨੇ, ਪਰ ਦੇਗੇ ਵੱਡੇ ਵੱਡੇ ਬਰਟੋਏ ਉਹ ਉਦਾਂ ਭਰਿਆਂ ਦੇ ਭਰੇ ਹੀ ਨੇ, ਉਹਨਾਂ 'ਚ ਕਮੀ ਨਹੀਂ ਆਉਂਦੀ, ਕਿਉਂਕਿ ਗੁਰੂ ਨਾਨਕ ਸਾਹਿਬ ਆਪ ਬੈਠੇ ਨੇ ਉੱਤੇ। ਤੇ ਜਿਹੜੇ ਲੰਗਰਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਆਪ ਬੈਠੇ ਨੇ, ਉਹ ਲੰਗਰ ਭਲਾ ਕਿਵੇਂ ਮੁੱਕ ਸਕਦਾ? ਜਿਨ੍ਹਾਂ ਦਾ ਲੰਗਰ ਸਾਰੀ ਦੁਨੀਆ ਖਾ ਰਹੀ ਹੈ, ਸਾਰੇ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਦੀ ਦੇਗ ਚੱਲਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਕਾਸ਼ਾਂ ਪਤਾਲਾਂ ਵਿੱਚ ਜਿੱਥੇ ਜਿੱਥੇ ਜੀਵ ਜੰਤ ਜੋ ਜੋ ਖਾ ਰਹੇ ਨੇ, ਪੁੰਚ ਰਹੇ ਨੇ, ਉਹਨਾਂ ਸਾਰਿਆਂ ਦੇ ਦਾਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਨ। ਕਹਿੰਦੇ ਇੱਥੇ ਦੇਗਾਂ ਵਿੱਚ ਭਰੇ ਪਏ ਨੇ ਵਰਤਾਰੇ। ਬਿਸਮ ਪਈ ਗਤ ਕਿਨੇ ਨਾ ਜਾਤੀ। ਹੈਰਾਨ ਹੋ ਰਹੇ ਨੇ ਵੀ ਬਰਟੋਇਆਂ 'ਚ ਦੇਗਿਆਂ ਵਿੱਚ ਕਮੀ ਨਹੀਂ ਆ ਰਹੀ। ਸਰਬ ਅਕਾਏ ਉਠੇ ਜੈ ਕਾਲਾ। ਸਭ ਰੱਜ ਕੇ ਤ੍ਰਿਪਤ ਹੋ ਕੇ ਉੱਠੇ ਹਨ। ਕਯੋ ਅਰਾਲਕ ਸੰਗ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਨੇ ਲਾਂਗਰੀ ਨੂੰ ਕਿਹਾ, ਲਿਓ ਅਚਵ ਅਬ ਆਪ ਆਹਾਰਾ। ਮਹਾਰਾਜ ਜੀ ਕਹਿਣ ਲੱਗੇ ਤੁਸੀਂ ਵੀ ਸਾਰੇ ਛਕ ਲਵੋ ਭੋਜਨ। ਬੌਰ ਦੇਗ ਕੀ ਜੈਕਾਰਾ। ਤੇ ਆਪ ਛਕ ਕੇ ਮੁੜ ਕੇ ਫਿਰ ਬਾਕੀ ਜਿਹੜਾ ਆਵੇ ਉਹਨਾਂ ਨੂੰ ਭੋਜਨ ਛਕਾਓ। ਜਾਮ ਜਾਮਨੀ ਲੋ ਜੋ ਕੋਈ। ਅੱਜ ਰਾਤ ਪਹਿਰ ਰਾਤ ਤੱਕ ਜਦੋਂ ਵੀ ਕੋਈ ਆਵੇ ਜੇ ਅਚਵਾਓ ਰਸੋਈ। ਜਿਹੜਾ ਆਵੇ ਸਭ ਨੂੰ ਭੋਜਨ ਛਕਾਓ, ਪ੍ਰਸ਼ਾਦਾ ਛਕਾਓ, ਕੋਈ ਭੁੱਖਾ ਨਾ ਜਾਵੇ। ਅਸ ਕਹਿ ਧਰਮਸਾਲ ਪ੍ਰਭ ਆਏ। ਏਦਾਂ ਕਹਿ ਕੇ ਸਤਿਗੁਰੂ ਜੀ ਚੱਲ ਕੇ ਧਰਮਸ਼ਾਲਾ ਵਿੱਚ ਆਏ ਹਨ। ਬੈਠੇ ਨਰ ਦਰਸੇ ਸੁਖ ਪਾਏ। ਬਹੁਤ ਸਾਰੇ ਨਰ ਨਾਰੀਆਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੁਖ ਪਾ ਰਹੇ ਨੇ। ਦੂਰ ਦੂਰ ਲੋ ਸੁਦਿਆਸ ਹੋਈ। ਦੂਰ ਦੂਰ ਤੱਕ ਖਬਰ ਪਹੁੰਚ ਗਈ ਵੀ ਗੁਰੂ ਨਾਨਕ ਸਾਹਿਬ ਨੇ 10ਵੀਂ ਵਾਲੇ ਦਿਨ ਜੋਤੀ ਜੋਤ ਸਮਾਵਣਾ ਹੈ। ਲਗੇ ਸਮਾਵਨ ਜਗ ਗੁਰ ਜੋਈ। ਇਹ ਸਤਿਗੁਰੂ ਜੀ ਸਮਾਉਣ ਦੀ ਤਿਆਰੀ ਕਰ ਰਹੇ ਨੇ। ਸੁਨ ਸੁਨ ਧਨੀ ਸ਼ਾਹ ਜੇ ਰਾਜਾ। ਸੁਣ ਸੁਣ ਕੇ ਵੱਡੇ ਵੱਡੇ ਧਨੀ ਰਾਜੇ, ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ, ਪੂਰਨ ਆਵੇ ਤਜ ਤਜ ਕਾਜਾ। ਆਪੋ ਕੰਮ ਆਪਣੇ ਆਪਣੇ ਕੰਮ ਧੰਦੇ ਛੱਡ ਛੱਡ ਕੇ ਆ ਰਹੇ ਨੇ। ਹਿੰਦੂ ਤੁਰਕ ਸੁਨੇ ਜੇ ਕੋਈ। ਜਿਹੜਾ ਕੋਈ ਹਿੰਦੂ ਸੁਣਦਾ, ਮੁਸਲਮਾਨ ਸੁਣਦਾ, ਆਵੇ ਤਾਏ ਦੇਖ ਹੈ ਸੋਈ। ਦੌੜ ਕੇ ਆਉਂਦੇ, ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਪਾਰਸ ਲੈਨ ਰੰਕ ਜਿਮ ਦੋਰੇ। ਜਿਵੇਂ ਕੋਈ ਭਿਖਾਰੀ ਪਾਰਸ ਦਾ ਵੱਟਾ ਸੁਣੇ ਵੀ ਫਲਾਣੀ ਥਾਂ ਤੇ ਮਿਲਦਾ ਹੈ ਤੇ ਭਜਿਆ ਆਵੇ ਪਾਰਸ ਲੈਣ, ਕਹਿੰਦੇ ਏਦਾਂ ਇਹ ਲੋਕ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੇ ਨੇ। ਆਵੇਂ ਮਗ ਗੁਰ ਕੇ ਚੋਂ ਫੇਰੇ। ਚਾਰੇ ਪਾਸਿਆਂ ਤੋਂ ਕਰਤਾਰਪੁਰ ਸਾਹਿਬ ਸੰਗਤਾਂ ਆ ਰਹੀਆਂ ਹਨ। ਨਰ ਨਾਰੀ ਉਰ ਧਾਰ ਹੁਲਾਸੋ। ਬਹੁਤ ਸਾਰੇ ਨਰ ਨਾਰੀਆਂ ਆਪਣੇ ਦਿਲਾਂ ਵਿੱਚ ਹੁਲਾਸ ਧਾਰਨ ਕਰਕੇ ਆ ਰਹੇ ਨੇ। ਪੇ ਬਿਰਕਤ ਸਮ ਤਜੇ ਆਵਾਸੋ। ਔਰ ਬਿਰਕਤ ਹੋ ਕੇ ਆਪਣੇ ਘਰ ਛੱਡ ਕੇ ਆ ਰਹੇ ਨੇ। ਰਾਮ ਨਗਰ ਜੈ ਤੈ ਸੁਧ ਹੋਈ। ਵੱਡਿਆਂ ਗ੍ਰਾਮਾਂ ਨਗਰਾਂ ਵਿੱਚ ਹਰ ਜਗ੍ਹਾ ਤੇ ਮਹਾਰਾਜ ਜੀ ਦੀ ਸੁਧ ਹੋ ਰਹੀ ਹੈ। ਸੋਨਾ ਕਰ ਮੋਹੇ ਜਨ ਸੋਈ। ਕਹਿੰਦੇ ਏਦਾਂ ਭੱਜੇ ਆਉਂਦੇ ਲੋਕ, ਮਾਨੋ ਜਿਵੇਂ ਉਹਨਾਂ ਨੂੰ ਕਿਸੇ ਨੇ ਟੂਣਾ ਕਰਕੇ ਮੋਹ ਲਿਆ ਹੋਵੇ ਤੇ ਭੱਜੇ ਆਉਂਦੇ ਹੋਣ। ਏਦਾਂ ਭੱਜੇ ਆਉਂਦੇ ਨੇ। ਵਰਜੇ ਰਹੇ ਨਾ ਕਿਸੂ ਪ੍ਰਕਾਰ। ਜੇ ਕੋਈ ਰੋਕਦਾ ਉਹ ਠਹਿਰ ਜਾ, ਉਹ ਕਹਿੰਦੇ ਅਸੀਂ ਨਹੀਂ ਠਹਿਰਨਾ, ਅਸੀਂ ਚੱਲੇ ਆਂ। ਉਹ ਕਹਿੰਦਾ ਕਿੱਥੇ ਚੱਲੇ ਆਂ? ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ ਹੈ, ਉਹਨਾਂ ਦੇ ਦਰਸ਼ਨਾਂ ਨੂੰ ਚੱਲੇ ਆਂ। ਤੋ ਦੂਜਾ ਕਹਿੰਦਾ ਠਹਿਰ, ਮੈਂ ਮਾੜੇ ਜੇ ਕੱਪੜੇ ਪਾ ਲਵਾਂ, ਮੈਨੂੰ ਵੀ ਲੈ ਚੱਲੀ। ਉਹ ਕਹਿੰਦਾ ਤੂੰ ਕਦੋਂ ਕੱਪੜੇ ਪਾਏ ਤੇ ਕਦੋਂ ਟੁਰਿਆ, ਮੈਂ ਚੱਲਿਆ, ਪਿੱਛੇ ਆਉਂਦਾ ਰਹੀਂ। ਏਦਾਂ ਨਾਲ ਨਹੀਂ ਰਲਾਉਂਦਾ ਕੋਈ ਇੱਕ ਦੂਜੇ ਨੂੰ। ਭੱਜੇ ਜਾਂਦੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਅਭਲਾਖਾ ਰੱਖ ਕੇ। ਆਵੇਂ ਗਮਨੇ ਪੁਰ ਕਰਤਾਰਾ। ਕਰਤਾਰਪੁਰ ਸਾਹਿਬ ਚੱਲ ਕੇ ਆਉਂਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਜਿਨ ਕੋ ਸ਼ਕਤ ਚਲਨ ਮਗ ਨਾਈ। ਕਈ ਇਹੋ ਜਿਹੇ ਵੀ ਸਨ ਜਿਨ੍ਹਾਂ ਦੇ ਸਰੀਰਾਂ 'ਚ ਚੱਲਣ ਦੀ ਸ਼ਕਤੀ ਨਹੀਂ, ਬੁੱਢੇ ਹਨ, ਬਜ਼ੁਰਗ ਨੇ। ਦੁਰਬਲ ਅੰਗਹੀਨ ਜੇ ਆਹੀ। ਜਿਨ੍ਹਾਂ ਦੇ ਸਰੀਰ ਦੁਰਬਲ ਨੇ, ਕਈ ਅੰਗਹੀਣੇ ਨੇ ਜਿਨ੍ਹਾਂ ਦੇ ਅੰਗ ਕੰਮ ਨਹੀਂ ਕਰਦੇ। ਦੋਹਰਾ ਬਾਤ ਸੁਨੇ ਜਿਸ ਨਿਕਟ ਤੇ
ਸ਼ਰਵਨ ਦੁਆਰਾ ਸੋਏ। ਉਹ ਜਿਹੜੇ ਬਲਹੀਣੇ ਨੇ ਜਾਂ ਕਈ ਬਜ਼ੁਰਗ ਚੱਲ ਫਿਰ ਨਹੀਂ ਸਕਦੇ ਜਾਂ ਜਿਨ੍ਹਾਂ ਦੇ ਸਰੀਰਾਂ ਵਿੱਚ ਤਾਣ ਨਹੀਂ ਹੈ, ਕਈਆਂ ਦੇ ਅੰਗ ਪੈਰ ਨਹੀਂ ਹਨ, ਜਦੋਂ ਸੁਣਦੇ ਵੀ ਗੁਰੂ ਨਾਨਕ ਸਾਹਿਬ ਸੱਚਖੰਡ ਚੱਲੇ ਨੇ, ਕਹਿੰਦੇ ਸੁਣਦਿਆਂ ਸਾਰ ਪਤਾ ਨਹੀਂ ਕਿੱਥੋਂ ਉਹਨਾਂ ਦੇ ਤਨ 'ਚ ਬਲ ਆ ਜਾਂਦਾ ਹੈ ਤੇ ਉਹ ਵੀ ਚੱਲ ਪੈਂਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਹਾਂਜੀ, ਪਾਵਤ ਬਲ ਜਨ ਤਨ ਵਿਖੇ ਚਲਨ ਹਰਕ ਮਨ ਹੋਏ। ਉਹਨਾਂ ਦੇ ਸਰੀਰਾਂ ਵਿੱਚ ਵੀ ਪਤਾ ਨਹੀਂ ਪਰਮੇਸ਼ਰ ਬਲ ਭਰ ਦਿੰਦਾ। ਉਹ ਬਿਰਧ ਬਜ਼ੁਰਗ ਜਿਨ੍ਹਾਂ ਦੇ ਹੱਥ ਪੈਰ ਸਰੀਰ ਕੰਮ ਨਹੀਂ ਕਰਦਾ, ਉਹ ਵੀ ਕਹਿੰਦੇ ਜਵਾਨਾਂ ਨੂੰ ਵੀ ਪਿੱਛੇ ਕਰਕੇ ਦੌੜੇ ਆਉਂਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਜੋ ਪਈ ਬਿਦਤ ਪਈ ਸੁਧ ਜੈ ਤੈ ਸਾਰੇ। ਸਰਬ ਥਾਵਾਂ ਤੇ ਮਹਾਰਾਜ ਜੀ ਦੀ ਸੁਧ ਪਸਰ ਰਹੀ ਹੈ। ਲਗੇ ਤਜਨ ਤਨ ਪ੍ਰਥਮ ਉਚਾਰੇ। ਸਤਿਗੁਰਾਂ ਨੇ ਪਹਿਲਾਂ ਦੱਸ ਦਿੱਤਾ ਵੀ ਅਸੀਂ ਦਸਵੀਂ ਵਾਲੇ ਦਿਨ ਸਰੀਰ ਤਿਆਗਣਾ ਹੈ। ਜੈ ਜੈ ਸੁਨੀ ਸ਼ਕਤ ਜੈ ਆਵਨ। ਜਿਹੜਾ ਸੁਣਦਾ, ਜਿੱਥੇ ਜਿੱਥੇ ਖਬਰ ਪਹੁੰਚੀ ਹੈ ਉਹ ਸੁਣ ਕੇ ਆ ਰਹੇ ਨੇ। ਤਾਏ ਨਰ ਨਿਜ ਦੋਖ ਨਸਾਵਨ। ਕਹਿੰਦੇ ਚਲੋ ਦਰਸ਼ਨ ਕਰੀਏ, ਸਤਿਗੁਰਾਂ ਦੇ ਦਰਸ਼ਨ ਕਰਕੇ ਦੋਸ਼ਾਂ ਦਾ ਨਾਸ ਹੋਵੇਗਾ, ਸਾਡੇ ਪਾਪ ਕੱਟੇ ਜਾਣਗੇ ਜਦੋਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਸ੍ਰੀ ਮੁਖ ਸੋ ਅਸ ਆਇਸ ਹੋਈ। ਇਧਰ ਸਤਿਗੁਰਾਂ ਦਾ ਹੁਕਮ ਹੋਇਆ, ਦੇਗ ਆਹਾਰ ਅਚੇ ਸਭ ਕੋਈ। ਕਿ ਜਿੰਨੇ ਆ ਰਹੇ ਨੇ ਸਭ ਲੰਗਰ 'ਚ ਪ੍ਰਸ਼ਾਦਾ ਛਕੋ। ਜਿੰਨੀ ਸੰਗਤ ਆਉਂਦੀ ਮਹਾਰਾਜ ਜੀ ਦਾ ਹੁਕਮ ਹੈ ਕਿ ਸਭ ਲੰਗਰਾਂ ਵਿੱਚ ਜਾ ਕੇ ਪ੍ਰਸ਼ਾਦਾ ਛਕਣ। ਨੀਚ ਕੇ ਉੱਚ ਰਾਏ ਕੈ ਰਾਨਾ। ਭਾਵੇਂ ਕੋਈ ਨੀਚ ਹੈ, ਭਾਵੇਂ ਕੋਈ ਉੱਚਾ, ਭਾਵੇਂ ਕੋਈ ਰਾਜਾ, ਭਾਵੇਂ ਕੋਈ ਰਾਣਾ। ਭੋਜਨ ਖਾਏ ਦੇਗ ਤੇ ਨਾਨਾ। ਉਹ ਜਾ ਕੇ ਗੁਰੂ ਕੇ ਲੰਗਰਾਂ ਵਿੱਚ ਇੱਕ ਬਰਾਬਰ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਦੇ ਹਨ। ਆਪਣਾ ਕੋ ਨ ਕਰੇ ਪੁਰੇ ਆਏ। ਕਹਿੰਦੇ ਚੱਲ ਕੇ ਆਉਂਦੇ, ਕੋਈ ਆਪਣੇ ਨਾਲ ਨਹੀਂ ਕਹਿੰਦੇ ਬਹੁਤਾ ਰਲਾ ਕੇ ਕਿਸੇ ਨੂੰ ਲਿਆਉਂਦੇ। ਸੁਨ ਸਿੱਖਨ ਸਭ ਹੋਨ ਸੁਨਾਏ। ਗੁਰੂ ਕੇ ਸਿੱਖਾਂ ਨੇ ਇਸ ਪ੍ਰਕਾਰ ਸੁਣਾਇਆ। ਅਸ਼ਟਮ ਦਿਵਸ ਬਤੀਤੇ ਸੋਈ। ਖਾਲਸਾ ਜੀ, ਇਸੇ ਤਰ੍ਹਾਂ ਅਸ਼ਟਮੀ ਦਾ ਦਿਨ ਵੀ ਬੀਤ ਗਿਆ। ਸ਼੍ਰੀ ਗੁਰ ਨਿਕਟ ਪੀਰ ਬੋ ਹੋਈ। ਮਹਾਰਾਜ ਜੀ ਦੇ ਪਾਸ ਬਹੁਤ ਸਾਰੀ ਸੰਗਤ ਦਾ ਇਕੱਠ ਹੋ ਗਿਆ। ਇੱਕ ਸਹਿਸ ਦੋ ਸਹਿਸ ਕੇ ਟੋਲਾ। ਖਾਲਸਾ ਜੀ, ਕਿਤੇ 1000 ਜਣਿਆਂ ਦਾ ਟੋਲਾ ਆ ਰਿਹਾ, ਕਿਤੇ 2000 ਬੰਦੇ ਇਕੱਠੇ ਹੋ ਕੇ ਆ ਰਹੇ ਨੇ। ਆਏ ਹਟੇ ਕਰ ਦਰਸੇ ਅਮੋਲਾ। ਕਈ ਪਰਤ ਵੀ ਜਾ ਰਹੇ ਨੇ, ਕਈ ਦਰਸ਼ਨ ਕਰਕੇ ਉੱਥੇ ਹੀ ਠਹਿਰ ਗਏ, ਕਈ ਵਾਪਸ ਵੀ ਜਾ ਰਹੇ ਨੇ। ਮਿਲੇ ਪਰਸ ਪਰਸ ਜਸ ਸੁਨਾਵੇ। ਜਿੰਨੇ ਵੀ ਆਪਸ ਵਿੱਚ ਮਿਲਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਕਰਦੇ, ਸਤਿਗੁਰਾਂ ਦੀ ਵੱਡੀ ਵਡਿਆਈ ਕਰਦੇ ਹਨ। ਸ਼੍ਰੀ ਨਾਨਕ ਗਾਵੇ। ਸਭ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹਨ। ਜੈ ਜੈਕਾਰ ਜਹਾਂ ਤੈ ਹੋਵਤ। ਹਰ ਪਾਸੇ ਜੈ ਜੈਕਾਰ ਦਾ ਨਾਦ ਗੂੰਜ ਰਿਹਾ ਹੈ। ਮਨੋ ਕੁਕਰਮਨ ਕੀ ਮਲ ਧੋਵਤ। ਮਾਨੋ ਸਤਿਗੁਰਾਂ ਦੀ ਜੈ ਜੈਕਾਰ ਕਰਕੇ ਆਪਣੇ ਕੁਕਰਮਾਂ ਦੀ ਮੈਲ ਧੋ ਰਹੇ ਨੇ ਸੇਵਕ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਜਾਂ ਸੁਣਦੇ ਨੇ ਤਾਂ ਮਾੜੇ ਭੈੜੇ ਕਰਮਾਂ ਦੀ ਮੈਲ ਧੋਤੀ ਜਾ ਰਹੀ ਹੈ। ਦੇਖੇ ਕਰੁਣਾ ਦ੍ਰਿਸ਼ਟ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਵੇਖਦੇ ਨੇ। ਜਸ ਇੱਛਾ ਤਸ ਪੁਰੇ ਦਿਆਲਾ। ਜੋ ਜੀ ਕੋਈ ਇੱਛਾ ਲੈ ਕੇ ਆਉਂਦਾ ਉਹਦੀ ਇੱਛਾ ਸਤਿਗੁਰੂ ਜੀ ਪੂਰੀ ਕਰਦੇ ਹਨ। ਵਿਪਰ ਬੈਸ ਖੱਤਰੀ ਬੋ ਆਏ। ਬੜੇ ਬ੍ਰਾਹਮਣ ਖੱਤਰੀ ਵੈਸ਼ ਚੱਲ ਕੇ ਆਏ ਨੇ। ਸ਼ੂਦਰ ਤੁਰਕ ਪੀਰ ਤਰ ਪਾਏ। ਸ਼ੂਦਰ ਚੱਲ ਕੇ ਆਏ ਨੇ, ਬਹੁਤ ਸਾਰੇ ਤੁਰਕ ਮੁਸਲਮਾਨ ਚੱਲ ਕੇ ਆਏ ਨੇ। ਜੇ ਮੁਲਤਾਨ ਮਦੀਨੇ ਮਾਈ। ਖਾਲਸਾ ਜੀ, ਜਿਹੜੇ ਮੁਲਤਾਨ ਤੇ ਮਦੀਨੇ ਤੱਕ ਮੁਸਲਮਾਨ ਸਨ। ਮੱਕੇ ਪੀਰ ਸ਼ਕਤ ਤਾਰਿਆ। ਜਿਹੜੇ ਮੱਕੇ ਵਿੱਚ ਰਹਿੰਦੇ ਸੀ ਪੀਰ ਸ਼ਕਤੀ ਵਾਲੇ, ਜਿਨ੍ਹਾਂ 'ਚ ਕਰਾਮਾਤਾਂ ਸਨ, ਉਹ ਪੀਰ ਜਦੋਂ ਉਹਨਾਂ ਨੂੰ ਪਤਾ ਲੱਗਾ ਗੁਰੂ ਨਾਨਕ ਸਾਹਿਬ ਨੇ ਤਿਆਰੀ ਕੀਤੀ ਜਾਣ ਦੀ ਸੱਚਖੰਡ, ਗੁਰ ਸੁਧ ਸੁਨਤ ਬੇਗ ਸੋ ਆਏ। ਉਹ ਕਰਾਮਾਤੀ ਪੀਰ ਸੀ। ਮੱਕੇ ਮਦੀਨੇ ਤੇ ਮੁਲਤਾਨ ਤੱਕ ਕੋ ਚੱਲ ਕੇ ਉਹ ਪੀਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਸਾਹਿਬ ਆ ਗਏ ਬੜੀ ਛੇਤੀ ਨਾਲ। ਦਰਸ਼ਨ ਕਰੇ ਜਨਮ ਫਲ ਪਾਏ। ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਜਨਮ ਦਾ ਫਲ ਪ੍ਰਾਪਤ ਕਰ ਰਹੇ ਨੇ। ਅੰਬੀਏ ਬੌਰ ਓਲੀਏ ਜਈ। ਬੜੇ ਬੜੇ ਅੰਬੀਏ ਔਲੀਏ ਜਿਹੜੇ ਨੇ ਉਹ ਆਏ ਹਨ। ਉਤੇ ਪਿਗੰਬਰ ਆਏ ਤੇ ਬਹੁਤ ਸਾਰੇ ਜਿਹੜੇ ਗੁਪਤ ਰੂਪ ਚ ਪੈਗੰਬਰ ਵਰਤਦੇ ਨੇ
ਉਹ ਪੈਗੰਬਰ ਵੀ ਚੱਲ ਕੇ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ। ਸਭ ਕੋ ਆਇਸ ਖਾਨ ਆਹਾਰ। ਮਹਾਰਾਜ ਜੀ ਸਭ ਨੂੰ ਕਹਿੰਦੇ ਭਾਈ ਪ੍ਰਸ਼ਾਦਾ ਛਕੋ ਲੰਗਰ 'ਚ। ਜਿਹੜਾ ਕੋਈ ਆਉਂਦਾ ਹੈ ਸਭ ਨੂੰ ਹੁਕਮ ਹੈ ਵੀ ਪ੍ਰਸ਼ਾਦਾ ਛਕੋ ਲੰਗਰਾਂ ਵਿੱਚ ਜਾ ਕੇ। ਵਰਤੈ ਦੇਖ ਸੋ ਪ੍ਰਥਮ ਪ੍ਰਕਾਰ। ਮਹਾਰਾਜ ਜੀ ਦੇ ਲੰਗਰ ਲਗਾਤਾਰ ਨਿਰੰਤਰ ਇੱਕ ਰਾਸ ਵਰਤ ਰਹੇ ਨੇ। ਜਦ ਅਨਗਨ ਮਾਨਵ ਪੀਰੰ। ਭਾਵੇਂ ਕਿ ਅਣਗਿਣਤ ਭੀੜ ਹੋ ਗਈ ਆ ਲੰਗਰ ਛਕਣ ਵਾਲਿਆਂ ਦੀ। ਟੋਟ ਨ ਆਵਤ ਭਈ ਗਹੀਰੰ। ਪਰ ਮਹਾਰਾਜ ਜੀ ਦੇ ਲੰਗਰਾਂ ਵਿੱਚ ਟੋਟਾ ਨਹੀਂ ਆਉਂਦਾ। ਮਹਾਰਾਜ ਜੀ ਦੇ ਲੰਗਰਾਂ ਵਿੱਚ ਨਹੀਂ ਕਿਤੇ ਕਮੀ ਆਈ। ਦੇਖਤ ਬਿਸਮੈ ਹੋਏ ਨਰ ਜਾਈ। ਜਿਹੜਾ ਵੇਖਦਾ ਹੈਰਾਨ ਹੋ ਜਾਂਦਾ ਹੈ। ਇਤੋ ਆਹਾਰ ਆਏ ਕਿਸ ਥਾਈ। ਉਹ ਕਹਿੰਦੇ ਇੰਨਾ ਲੰਗਰ ਆ ਕਿੱਥੋਂ ਰਿਹਾ ਹੈ, ਪਤਾ ਨਹੀਂ ਕਿੱਥੋਂ ਆ ਰਿਹਾ ਤੇ ਕਿੱਥੋਂ ਵਰਤ ਰਿਹਾ ਹੈ। ਲਖ ਨਾ ਸਕੇ ਸਭ ਕੀ ਮਤ ਹਾਰੀ। ਸਭ ਦੀ ਮਤ ਹਾਰ ਗਈ, ਹੈਰਾਨ ਹੋ ਗਏ ਵੀ ਇਹ ਕਿੱਥੋਂ ਆ ਰਿਹਾ ਲੰਗਰ, ਕਿੱਥੋਂ ਵਰਤ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਉਚਾਰੀ। ਸਭ ਦੀ ਰਸਨਾ ਤੇ ਇੱਕੋ ਸ਼ਬਦ ਹੁੰਦਾ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ। ਪੀਰ ਪ੍ਰਭੂ ਕੇ ਭਾਈ ਚੁਫੇਰੇ। ਸਤਿਗੁਰਾਂ ਦੇ ਚੌਂ ਪਾਸੀ ਬਹੁਤ ਵੱਡਾ ਇਕੱਠ ਹੈ। ਬੰਦੇ ਜਾਣੇ ਭਾਗ ਵਡੇਰੇ। ਮਹਾਰਾਜ ਜੀ ਨੂੰ ਬੰਦਨਾ ਕਰਦੇ ਤੇ ਜਾਣਦੇ ਵੀ ਸਾਡੇ ਭਾਗ ਵੱਡੇ ਹਨ। ਜਨਮ ਹਮਾਰੋ ਸਫਲੋ ਹੋਆ। ਸਾਡਾ ਜਨਮ ਸਤਿਗੁਰਾਂ ਨੇ ਸਫਲਿਆਂ ਕਰ ਦਿੱਤਾ। ਜਗ ਗੁਰ ਕੋ ਇਸ ਛਿਨ ਮੁਖ ਜੋਆ। ਕਹਿੰਦੇ ਜਿਹੜਾ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ, ਇਸ ਵੇਲੇ ਦਰਸ਼ਨ ਹੋ ਰਹੇ ਨੇ, ਸਾਡਾ ਜਨਮ ਧਨ ਹੋ ਗਿਆ ਹੈ। ਛਪੇ ਛੰਦ 84 ਜੇ ਸਿੱਧਨਾਥ। ਨੌ ਜਤੀ ਮਿਲੇ ਤਬ। ਖਾਲਸਾ ਜੀ ਇਹ ਤਾਂ ਸੀ ਨਰ। ਹੁਣ ਦੇਵ ਕੋਟੀ ਵਿੱਚ ਆਏ ਹਨ ਬਹੁਤ, ਜਿਨ੍ਹਾਂ ਚ ਨੇ 84 ਸਿੱਧ ਜਿਹੜੇ ਛੁਪ ਕੇ ਰਹਿੰਦੇ ਆ। 84 ਸਿੱਧ, 9 ਨਾਥ, ਇਹ ਵੱਡੇ ਵੱਡੇ ਜਿਹੜੇ ਸਿੱਧਨਾਥ ਨੇ ਇਹ ਵੀ ਚੱਲ ਕੇ ਆਏ। ਸੁਧ ਸੁਨ ਸ਼੍ਰੋਣ ਵਿਖੇ ਸੰਗ ਗੋਰਖ ਲੈ ਕੇ ਸਭ। ਜਦੋਂ ਇਹਨਾਂ ਨੂੰ ਸੁਧ ਮਿਲੀ ਤਾਂ ਗੋਰਖਨਾਥ ਜੀ 84 ਸਿੱਧਾਂ ਦੀ ਮੰਡਲੀ ਲੈ ਕੇ 9 ਨਾਥਾਂ ਦੇ ਸਮੇਤ 6 ਜਤੀਆਂ ਦੇ ਸਮੇਤ ਚੱਲ ਕੇ ਹਾਜ਼ਰ ਹੋਇਆ ਦਰਸ਼ਨਾਂ ਨੂੰ। ਗਮਨ ਕੀਨ ਤਤਕਾਲ ਆਏਗੇ ਪੁਰ ਕਰਤਾਰਾ। ਛੇਤੀ ਕਿਉਂਕਿ ਕਰਾਮਾਤੀ ਸਨ, ਅੱਖ ਦੇ ਫੋਰ ਵਿੱਚ ਹੀ ਕਰਤਾਰਪੁਰ ਸਾਹਿਬ ਪਹੁੰਚ ਗਏ। ਦਰਸ਼ਨ ਕਰ ਹਰ ਖਾਏ ਬਦਨ ਆਦੇਸ਼ ਉਚਾਰਾ। ਆ ਕੇ ਦਰਸ਼ਨ ਕੀਤੇ ਤੇ ਦੂਰੋਂ ਦਰਸ਼ਨ ਕਰਦਿਆਂ ਕਹਿੰਦੇ ਆਦੇਸ਼ ਆਦੇਸ਼। ਤੇ ਗੁਰੂ ਬਾਬਾ ਜੀ ਨੇ ਅੱਗੋਂ ਆਖਿਆ ਆਦੇਸ਼ ਤਿਸੈ ਆਦੇਸ਼। ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਸਭ ਸਿੱਧ ਮੰਡਲੀ ਆਈ ਦਰਸ਼ਨਾਂ ਵਾਸਤੇ। ਪ੍ਰਭ ਜਥਾ ਜੋਗ ਸਨਮਾਨ ਕਰ ਮ੍ਰਿਦੁਲ ਬਚਨ ਕਰ। ਨਿਰਦਲ ਕੋਮਲ ਮਿੱਠੇ ਬਚਨ ਕਰਕੇ ਸਤਿਗੁਰਾਂ ਨੇ ਸਭ ਦਾ ਸਨਮਾਨ ਕੀਤਾ। ਪੁਨ ਤਟ ਡੇਰਾ ਐਰਾਵਤੀ ਕਰਿਓ ਹਿਰਦੇ ਆਨੰਦ ਪਰ। ਇਹਨਾਂ ਸਭ ਨੇ ਰਾਵੀ ਦਰਿਆ ਦੇ ਕੰਢੇ ਤੇ ਆਨੰਦ ਸਹਿਤ ਡੇਰਾ ਕੀਤਾ। ਤੈ ਅਨਮਿਕ ਮੁਖ ਪਈ ਅਰੁਣਤਾ ਜੋਤ ਪ੍ਰਕਾਸ਼ੀ। ਕਹਿੰਦੇ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਜਿਵੇਂ ਨਵੇਂ ਚੜ੍ਹੇ ਸੂਰਜ ਦੀ ਲਾਲੀ ਹੁੰਦੀ ਹੈ ਨਾ ਸਵੇਰ ਦੇ ਟਾਈਮ, ਏਦਾਂ ਪਾਤਸ਼ਾਹ ਦਾ ਚਿਹਰਾ ਸੂਰਜ ਦੀ ਲਾਲੀ ਵਾਂਗੂ ਚਮਕ ਰਿਹਾ ਹੈ। ਸਵਿਤਾ ਦਿਪਤ ਪ੍ਰਭਾਤ ਸਿੱਖ ਮੁਖ ਅਪਜ ਬੇਗਾਸੀ। ਕਹਿੰਦੇ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਸਵੇਰੇ ਸੂਰਜ ਚੜ੍ਹਦਾ ਤੇ ਕਮਲ ਦਾ ਫੁੱਲ ਖਿੜਦਾ ਨਾ, ਏਦਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਿੱਖਾਂ ਦੇ ਨੇਤਰ ਰੂਪੀ ਕਮਲ ਖਿੜ ਗਏ। ਚੱਖ ਚਕੋਰ ਚਿਤਵੰਤ ਚੰਦਰਮਾ ਚਾਰੂ ਬਦਨ ਛਬ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਗੁਰੂ ਨਾਨਕ ਸਾਹਿਬ ਦਾ ਮੁਖ ਚੰਦਰਮਾ ਤੇ ਗੁਰੂ ਕੇ ਸਿੱਖਾਂ ਦੇ ਨੇਤਰ ਚਕੋਰ ਨੇ। ਤੇ ਜਿਵੇਂ ਚਕੋਰਾਂ ਚੰਨ ਨੂੰ ਵੇਖ ਕੇ ਖਿੜਦੀਆਂ ਨੇ, ਏਦਾਂ ਗੁਰੂ ਕੇ ਸਿੱਖ ਖੇੜੇ 'ਚ ਖਿੜੇ ਹੋਏ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ। ਦਰਸ਼ਨ ਕਰ ਸੁਖ ਪਾਏ ਰਹੇ ਬਿਸਮਾਏ ਹਿਰਦੇ ਸਭ। ਸਤਿਗੁਰਾਂ ਦੇ ਦਰਸ਼ਨ ਕਰਕੇ ਸਭ ਵਿਸਮਾਦ ਵਿੱਚ ਹਨ। ਇਸ ਬਿਦ ਪ੍ਰਤਾਪ ਅਦਭੁਤ ਪਇਓ ਕਹਿ ਨਾ ਜਾਏ ਕਵੀ ਅਲਪ ਮਤ। ਇਸ ਪ੍ਰਕਾਰ ਸਤਿਗੁਰਾਂ ਦਾ ਅਦਭੁਤ ਪ੍ਰਤਾਪ ਫੈਲ ਰਿਹਾ ਹੈ। ਮਹਾਕਵੀ ਜੀ ਕਹਿੰਦੇ ਮੇਰੀ ਥੋੜੀ ਜੀ ਮੱਤ ਹੈ, ਮੇਰੇ ਕੋਲੋਂ ਕਹਿਆ ਨਹੀਂ ਜਾ ਰਿਹਾ ਵੀ ਮੈਂ ਕਿਵੇਂ ਵਰਣਨ ਕਰਾਂ ਉਸ ਪ੍ਰਤਾਪ ਨੂੰ। ਉਸ ਪ੍ਰਤਾਪ ਨੂੰ ਵੇਖਦਾ ਰਿਹਾ ਪਰ ਮੇਰੇ ਕੋਲ ਵਰਣਨ ਕਰਨ ਦੀ ਮੱਤ ਨਹੀਂ, ਮੇਰੀ ਅਲਪ ਬੁੱਧੀ ਹੈ। ਸਭ ਐ ਪਤ ਗਣਪਤ ਸਾਰਦਾ
ਲੱਖ ਨ ਸਕੇ ਜੈ ਅਲਖ ਗਤ। ਇਹ ਪਤ ਕਹਿੰਦੇ ਨਾਗਾਂ ਦੇ ਦੇਵਤੇ, ਉਹ ਵੀ ਸਭ ਆਏ ਨੇ ਜਿਹੜੇ ਸਤਿਗੁਰਾਂ ਦੀ ਮਹਿਮਾ ਨਹੀਂ ਵਰਣਨ ਕਰਕੇ ਜਾਣ ਸਕਦੇ, ਜਿਹੜੇ ਸਤਿਗੁਰਾਂ ਨੂੰ ਬੇਅੰਤ ਕਰਕੇ ਹੀ ਸਲਾਉਂਦੇ ਹਨ, ਜਿਹੜੇ ਕਹਿੰਦੇ ਮਹਾਰਾਜ ਜੀ ਅਲਖ ਹਨ। ਗਣਪਤ ਗਣੇਸ਼ ਆਦਿਕ ਸਾਰਦਾ ਆਦਿਕ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣ ਸਕਦੇ। ਨੌਮੀ ਕੇ ਦਿਨ ਅਮਰ ਤਰੇ ਮਾਨੁਖ ਤਨ ਆਏ। ਖਾਲਸਾ ਜੀ ਨੌਮੀ ਵਾਲਾ ਦਿਨ ਆ ਗਿਆ। ਜਦੋਂ ਨੌਮੀ ਤਿਥ ਆਈ ਉਸ ਦਿਨ ਫਿਰ 33 ਕਰੋੜ ਦੇਵਤੇ ਪੁੱਜੇ ਨੇ ਮਨੁੱਖੀ ਸਰੀਰ ਧਾਰਨ ਕਰਕੇ। ਹਾਂਜੀ, ਇੰਦਰ ਚੰਦਰ ਦਨਿੰਦ ਪੌਣ ਅਲ ਕ੍ਰਿੰਦ ਸੁਹਾਏ। ਉਹਨਾਂ ਵਿੱਚੋਂ ਕੁਝ ਕਾਂ ਦਾ ਨਾਂ ਦੱਸਦੇ ਨੇ ਵੀ ਕਿਹੜੇ ਕਿਹੜੇ ਨੇ। 33 ਕਰੋੜ ਦੇਵਤਿਆਂ ਚੋਂ ਇੰਦਰ, ਚੰਦਰ ਦੇਵ, ਦਰਿੰਦ ਸੂਰਿਆ ਦੇਵ, ਪੌਣ ਵਾਯੂ ਦੇਵ। ਇਸੇ ਤਰ੍ਹਾਂ ਇਹ ਜਿਹੜੇ ਦੇਵਤੇ ਹਨ ਇਹ ਚੱਲ ਕੇ ਆਏ ਨੇ। ਅਲਕਾਪੁਰੀ ਦਾ ਮਾਲਕ ਜਿਹਨੂੰ ਕੁਬੇਰ ਕਹਿੰਦੇ ਨੇ, ਕੁਬੇਰ ਚੱਲ ਕੇ ਆਇਆ ਹੈ। ਬ੍ਰਹਸਪਤ ਜਲਪਤ ਜੇ ਅੰਤ ਅਪ ਇਤਿਆਦਿਕ ਸਭਈ। ਬ੍ਰਹਸਪਤੀ ਜਿਹੜਾ ਦੇਵਤਿਆਂ ਦਾ ਗੁਰੂ ਹੈ, ਜਲਪਤੀ ਵਰਣ ਦੇਵਤਾ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਇੰਦਰ ਦਾ ਪੁੱਤਰ ਹੈ ਜਯੰਤ, ਜਿਹਨੂੰ ਉਪੇਂਦਰ ਕਹਿੰਦੇ ਹਨ, ਉਹ ਵੀ ਚੱਲ ਕੇ ਆਇਆ ਹੈ। 33 ਕੋਟ ਸਮੂਹ ਆਨ ਪਹੁੰਚਤ ਪੇਤਬਈ। ਇਹਨਾਂ ਨੇ ਮਾਨਵੀ ਸਰੀਰ ਧਾਰਨ ਕੀਤੇ ਹੋਏ ਨੇ ਔਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜੇ ਹਨ। ਪੁਨ ਚਤੁਰ ਵੇਦ ਨਿਜ ਰੂਪ ਤਰ ਪ੍ਰਗਟ ਪਏ ਕਰਤਾਰਪੁਰ। ਖਾਲਸਾ ਜੀ ਜਿਹੜੇ 4 ਵੇਦ ਨੇ ਇਹਨਾਂ ਨੇ ਵੀ ਸਰੀਰ ਧਾਰਨ ਕੀਤਾ ਤੇ ਕਰਤਾਰਪੁਰ ਸਾਹਿਬ ਵਿੱਚ ਆ ਕੇ ਪ੍ਰਗਟ ਹੋਏ ਨੇ ਮਹਾਰਾਜ ਜੀ ਦੀ ਉਪਮਾ ਕਰਨ ਲਈ। ਮਿਲ ਅਨਿਕ ਪਾਤ ਉਸਤਤ ਪਨੇ ਅਤ ਉਤਸਵ ਕਰ ਹਰ ਕੇ ਉਰ। ਮਿਲ ਕੇ ਸਭ ਮਹਾਰਾਜ ਜੀ ਦੀ ਉਸਤਤੀ ਕਰਦੇ ਨੇ ਔਰ ਭਾਰੀ ਉਤਸਵ ਇਹਨਾਂ ਦੇ ਹਿਰਦਿਆਂ ਵਿੱਚ ਹੋ ਰਿਹਾ ਹੈ, ਖੇੜਾ ਇਹਨਾਂ ਦੇ ਹਿਰਦਿਆਂ ਵਿੱਚ ਹੈ। ਨਰਾਜ ਚੰਦ ਸੁਣੋ, ਜਿਹੜੀ ਉਸਤਤ ਇਹਨੂੰ ਕਹਿੰਦੇ ਨੇ ਅਸਤੋਤਰ, ਗੁਰ ਅਸਤੋਤਰ। ਇਹਨਾਂ ਦੇਵਤਿਆਂ ਨੇ ਜੋ ਸਤਿਗੁਰਾਂ ਦਾ ਅਸਤੋਤਰ ਕੀਤਾ ਹੈ, ਸੁਣੋ ਜੀ। ਨਮਸਤੇ ਆਦ ਰੂਪਣੰ ਸਮਸਤ ਮੈਂ ਬਿਰਾਜਈ। ਇਹ ਆਦ ਰੂਪ ਸਭ ਦੇ ਮੁੱਢ ਗੁਰੂ ਨਾਨਕ ਸਾਹਿਬ ਜੀ, ਤੁਹਾਨੂੰ ਸਾਡੀ ਨਮਸਕਾਰ ਹੈ। ਤੁਸੀਂ ਸਾਰਿਆਂ ਵਿੱਚ ਬਿਰਾਜਮਾਨ ਹੋ। ਮੈਂ ਅੰਕ ਮਾਏ ਕ੍ਰਾਂਤ ਮਾਰ ਤੰਡ ਦੀਪ ਛਾਜਈ। ਮਹਾਰਾਜ ਜੀ ਚੰਦਰਮਾ ਵਿੱਚ ਤੁਹਾਡੀ ਕ੍ਰਾਂਤੀ ਹੈ, ਸੂਰਜ ਵਿੱਚ ਤੁਹਾਡਾ ਹੀ ਪ੍ਰਕਾਸ਼ ਹੈ ਗੁਰੂ ਨਾਨਕ ਸਾਹਿਬ। ਇਹ ਸੂਰਜ ਵਿੱਚ ਜਿਹੜੀ ਲੋ ਹੈ ਇਹ ਤੁਹਾਡੀ ਲੋ ਹੈ। ਸਪੰਦ ਮੈਂ ਪ੍ਰਭੰਜਨੰ ਜਲੰ ਦੁਵੰਤ ਰੂਪੋ। ਔਰ ਜਿਹੜੀ ਚੱਲ ਰਹੀ ਹਵਾ ਵਿੱਚ ਵੇਗ ਹੈ ਇਹ ਤੁਹਾਡਾ ਹੈ ਮਹਾਰਾਜ। ਪਾਣੀ ਵਿੱਚ ਜਿਹੜਾ ਦਰਵੀ ਭੂਤ ਹੈ ਕਿ ਪਾਣੀ ਦਰਵ ਹੈ ਨਾ ਮਹਾਰਾਜ, ਉਹ ਦਰਵ ਰੂਪ ਹੋ ਕੇ ਜਲ ਵਿੱਚ ਤੁਸੀਂ ਵਿਆਪਕ ਹੋ। ਜਿਵੇਂ ਕਲਗੀਧਰ ਕਹਿੰਦੇ ਆ ਨਾ, ਜਲੇ ਹਰੀ ਥਲੇ ਹਰੀ ਇਹਾਂ ਹਰੀ ਉਹਾਂ ਹਰੀ, ਜਿਵੇਂ ਹਰੀ ਜਮਾ ਹਰੀ ਮਕੀ ਹਰੀ ਮਕਾ ਹਰੀ। ਜਲਸ ਤੂੰ ਥਲਸ ਤੂੰ ਨਦਸ ਤੂੰ ਨਦਿਸ ਤੂੰ ਬ੍ਰਿਛਸ ਤੂੰ ਪਤਸ ਤੂੰ ਗੁਫਸ ਤੂੰ ਤੂੰ। हे ਪ੍ਰਭੂ ਜੀ ਤੁਸੀਂ ਹੋ। ਪਾਣੀ ਵਿੱਚ ਜਿਹੜਾ ਦਰਵੀ ਭੂਤ ਹੋ ਕੇ ਪਾਣੀ ਵਹਿ ਰਿਹਾ ਹੈ ਮਹਾਰਾਜ, ਉਹ ਤੁਹਾਡੀ ਸ਼ਕਤੀ ਹੈ। ਆਕਾਸ਼ ਮੈਂ ਵਿਕਾਸ ਤੂੰ। ਆਕਾਸ਼ ਵਿੱਚ ਆ ਜਿਹੜਾ ਵਿਕਾਸ ਹੋ ਰਿਹਾ ਹੈ ਇਹਦੇ 'ਚ ਤੁਸੀਂ ਵਿਸ਼ਾਲ ਰੂਪ ਹੋ ਕੇ ਵਰਤ ਰਹੇ ਹੋ। ਤਰਾ ਤ੍ਰਿਤੀ ਅਨੂਪ। ਔਰ ਇਸ ਧਰਤੀ ਵਿੱਚ ਜਿਹੜਾ ਧੀਰਜ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਇਸ ਧਰਤੀ ਵਿੱਚ ਤੁਸੀਂ ਧੀਰਜ ਰੂਪ ਹੋ ਕੇ ਵਰਤ ਰਹੇ ਹੋ। ਸੋ ਤੇਜ ਮੈਂ ਹੁਤਾਸਨੰ ਸਮੁੰਦਰ ਮੈਂ ਗੰਭੀਰਤਾ। ਅੱਗ ਦੇ ਵਿੱਚ ਤੁਹਾਡਾ ਤੇਜ ਹੈ ਸਤਿਗੁਰੂ ਜੀ। ਦੇਵਤੇ ਕਹਿ ਰਹੇ ਨੇ ਮਹਾਰਾਜ ਇਸ ਅੱਗ ਦੇ ਵਿੱਚ ਤੁਹਾਡਾ ਤੇਜ ਹੈ ਔਰ ਸਮੁੰਦਰ ਦੇ ਵਿੱਚ ਤੁਹਾਡੀ ਗੰਭੀਰਤਾ ਹੈ। ਸੰਤੋਖ ਵਿਪਰ ਬ੍ਰਿੰਦ ਜੇ ਛਤਰੀਨ ਬੀਚ ਬੀਰਤਾ। ਕਹਿੰਦੇ ਬ੍ਰਾਹਮਣਾਂ 'ਚ ਜਿਹੜਾ ਸੰਤੋਖ ਦੱਸਿਆ ਜਾਂਦਾ ਉਹਨਾਂ 'ਚ ਤੁਸੀਂ ਸੰਤੋਖ ਰੂਪ ਹੋ ਕੇ ਵਰਤ ਰਹੇ ਹੋ ਤੇ ਛਤਰੀਆਂ ਵਿੱਚ ਵੀਰ ਰੂਪ ਹੋ ਕੇ ਵਰਤ ਰਹੇ ਹੋ। ਤੁਹਾਡੀ ਵੀਰਤਾ ਉਹਨਾਂ ਵਿੱਚ। ਮਝਾਰ ਬੈਸ਼ ਬਾਨ ਜੰਗ ਸੋ ਸੇਵ ਸ਼ੂਦਰਵਾਨ ਅੰਗ। ਔਰ ਵੈਸ਼ਾਂ ਵਿੱਚ ਤੁਸੀਂ ਵਣਜ ਰੂਪ ਹੋ ਕੇ ਵਿਆਪਕ ਹੋ, ਕਿਉਂਕਿ ਉਹ ਵਣਜ ਕਰਦੇ ਨੇ। ਔਰ ਸ਼ੂਦਰਾਂ ਦੇ ਵਿੱਚ ਮਹਾਰਾਜ ਤੁਸੀਂ ਆਪ ਹੀ ਸੇਵਾ ਭਾਵ ਲੈ ਕੇ ਵਰਤ ਰਹੇ ਹੋ। ਭਿਖਾਰ ਮਾਏ ਜਾਚਨਾ ਦਤਾਰ ਮਾਏ ਦਾਨ ਅੰਗ। ਭਿਖਾਰੀਆਂ ਵਿੱਚ ਤੁਸੀਂ ਮੰਗ ਰਹੇ ਹੋ ਤੇ ਦਾਤੇ ਬਣ ਕੇ ਦਾਨ ਵੀ ਤੁਸੀਂ ਦੇ ਰਹੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਿਖਾਰੀਆਂ ਵਿੱਚ ਵੀ ਤੁਸੀਂ ਵਰਤ ਰਹੇ ਹੋ। ਜਿਵੇਂ ਕਲਗੀਧਰ ਕਹਿੰਦੇ ਨਾ, ਕਤਹੁ ਭਿਖਾਰੀ ਹੋਏ ਕਾ ਮੰਗਤ ਫਿਰਤ ਭੀਖ।
ਆਹ ਕਹਿੰਦੇ ਕਿਤੇ ਤਾਂ ਆਪ ਹੀ ਭਿਖਾਰੀ ਬਣ ਕੇ ਭੀਖ ਮੰਗਦਾ ਹੈ, ਤੇ ਕਿਤੇ ਆਪ ਹੀ ਦਾਤਾ ਬਣ ਕੇ ਦਾਨ ਦੇ ਰਿਹਾ ਹੈ। ਦਾਤਾ ਵੀ ਤੂੰ ਆਪ ਹੈ, ਤੇ ਭਿਖਾਰੀਆਂ ਵਿੱਚ ਵੀ ਤਾਂ ਉਸੇ ਦੀ ਚੇਤਨਾ, ਕਿ ਭਿਖਾਰੀਆਂ 'ਚ ਰੱਬ ਨਹੀਂ ਵਸਦਾ। ਮਹਾਰਾਜ ਜੀ ਤੁਸੀਂ ਉਹਨਾਂ 'ਚ ਹੀ ਵਰਤ ਰਹੇ ਹੋ। ਨਰੇਸ਼ ਮੈਂ ਨਰੇਸ਼ਤਾ ਸੋ ਰੰਕ ਮਾਏ ਰੰਕਤਾ। ਰਾਜਿਆਂ ਵਿੱਚ ਰਾਜੇ ਹੋ ਕੇ ਵਰਤ ਰਹੇ ਹੋ, ਤੇ ਰੰਕਾਂ ਵਿੱਚ ਗਰੀਬਾਂ ਤੇ ਕੰਗਲਿਆਂ ਵਿੱਚ ਕੰਗਲੇ ਹੋ ਕੇ ਵਰਤ ਰਹੇ ਹੋ। ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ, ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ, ਪਿਤਾ ਮੇਰੋ ਬੜੋ ਧਨੀ ਅਗੰਮਾ, ਉਸਤ ਕਵਨ ਕਰੀਜੈ ਕਰਤੇ, ਪੇਖ ਰਹੇ ਬਿਸਮਾ। ਮਹਾਰਾਜ ਤੁਸੀਂ ਰਾਜਿਆਂ 'ਚ ਰਾਜੇ ਹੋ ਕੇ ਵਰਤ ਰਹੇ ਹੋ, ਕਿਤੇ ਭਿਖਾਰੀਆਂ 'ਚ ਭਿਖਾਰੀ ਹੋ ਕੇ ਵਰਤ ਰਹੇ ਹੋ। ਹਾਂਜੀ, ਸਥਾਵਰੋ ਸਥਿਰ ਤਤਾ ਚਰੀ ਵਿਖੇ ਚਰੰਤਤਾ। ਜਿਹੜੇ ਜੜ ਵਸਤੂਆਂ ਨੇ ਉਹਨਾਂ 'ਚ ਜੜ ਬਣ ਕੇ ਵਰਤ ਰਹੇ ਹੋ। ਜਿਹੜੀਆਂ ਚੱਲਣ ਵਾਲੀਆਂ ਵਸਤੂਆਂ ਨੇ ਜਿਨ੍ਹਾਂ ਨੂੰ ਆਪਾਂ ਚੇਤਨ ਕਹਿੰਦੇ ਆ, ਜੰਗਮ, ਉਹਨਾਂ ਵਿੱਚ ਜੰਗਮ ਰੂਪ ਹੋ ਕੇ ਵਰਤ ਰਹੇ ਹੋ। ਕਿਰਪਾਲ ਮੈਂ ਦਇਆ ਸਰੂਪ, ਕਰੂਰ ਮੈਂ ਸੁਕਰੂਰਤਾ। ਜਿਹੜੇ ਕਿਰਪਾਲੂ ਨੇ, ਕਿਰਪਾ ਕਰਨ ਵਾਲੇ, ਉਹਨਾਂ 'ਚ ਦਇਆ ਰੂਪ ਹੋ ਕੇ ਵਰਤ ਰਹੇ ਹੋ, ਤੇ ਜਿਹੜੇ ਕਰੂਰ ਨੇ ਉਹਨਾਂ ਵਿੱਚ ਕਰੂਰ ਰੂਪ ਹੋ ਕੇ ਵਰਤ ਰਹੇ ਹੋ। ਵਰਤਣਾ ਤੁਸੀਂ ਆ ਸਾਰਿਆਂ ਵਿੱਚ ਮਹਾਰਾਜ। ਦਿਆਲੂਆਂ ਵਿੱਚ ਦਿਆਲ ਰੂਪ ਹੋ ਕੇ ਵਰਤ ਰਹੇ ਹੋ, ਕਰੂਰਾਂ ਵਿੱਚ ਕਰੂਰ ਰੂਪ ਹੋ ਕੇ ਵਰਤ ਰਹੇ ਹੋ। ਕਿ ਊਨ ਮਾਏ ਊਨਤਾ ਸੰਪੂਰਨੰ ਸੰਪੂਰਤਾ। ਜਿੱਥੇ ਊਣੇ ਨਜ਼ਰ ਆਉਂਦੇ ਉਹਨਾਂ ਊਣਿਆਂ 'ਚ ਊਣਾ ਬਣ ਕੇ ਵਰਤ ਰਹੇ, ਜਿਹੜੇ ਸੰਪੂਰਨ ਨਜ਼ਰ ਆਉਂਦੇ ਉਹਨਾਂ ਸੰਪੂਰਨਾਂ 'ਚ ਸੰਪੂਰਨ ਬਣ ਕੇ ਵਰਤ ਰਹੇ ਹੈ। ਤੂੰ ਹੀ ਤੂੰ ਹੈ। ਹਾਂਜੀ, ਸਮੂਹ ਮੈਂ ਸਮੂਹ ਰੂਪ, ਬੀਜ ਬੀਚ ਬੀਜਤਾ। ਸਮੂਹ ਵਿੱਚ ਸਮੂਹ ਰੂਪ ਹੋ ਕੇ ਵਰਤ ਰਿਹਾ, ਤੇ ਬੀਜ ਵਿੱਚ ਜਿਹੜੀ ਬੀਜਤਾਈ ਆ ਉਹ ਵੀ ਤੇਰੀ ਐ। ਸੋ ਰੋਸ ਮਾਏ ਰੋਸਤਾ, ਪ੍ਰਸੀਜ ਮੈਂ ਪ੍ਰਸੀਜਤਾ। ਜੇ ਕੋਈ ਕ੍ਰੋਧ ਵਿੱਚ ਆ, ਰੋਸ ਵਿੱਚ, ਉਹਦੇ 'ਚ ਰੋਸ ਰੂਪ ਹੋ ਕੇ ਵਰਤ ਰਿਹਾ, ਤੇ ਜੇ ਕੋਈ ਬੜਾ ਹੀ ਖੁਸ਼ ਹੈ, ਪ੍ਰਸੰਨ ਹੈ, ਤਾਂ ਉਹਦੇ 'ਚ ਪ੍ਰਸੰਨਤਾ ਰੂਪ ਹੋ ਕੇ ਵਰਤ ਰਿਹਾ। ਤਪੀ ਵਿਖੇ ਤਪੰਤਤਾ, ਪ੍ਰਕਾਸ਼ ਮੈਂ ਪ੍ਰਕਾਸ਼ਤਾ। ਤਪਸਵੀਆਂ ਵਿੱਚ ਤਪੀ ਹੋ ਕੇ ਵਰਤ ਰਿਹਾ, ਤੇ ਪ੍ਰਕਾਸ਼ ਕਰਨ ਵਾਲਿਆਂ ਵਿੱਚ ਪ੍ਰਕਾਸ਼ ਰੂਪ ਹੋ ਕੇ ਵਰਤ ਰਿਹਾ। ਜੇ ਤਤ ਗਿਆਤ ਮਾਨਵੰ, ਸੋ ਤਾਹਿ ਐਸ ਭਾਸਤਾ। ਜਿਹਨਾਂ ਮਨੁੱਖਾਂ ਅੰਦਰ ਤਤਵ ਗਿਆਨ ਹੈ, ਹੇ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਇਹ ਸਭ ਕੁਝ ਭਾਸਦਾ, ਉਹਨਾਂ ਨੂੰ ਇਹ ਸਭ ਕੁਝ ਪਤਾ ਲੱਗਦਾ ਹੈ। ਪ੍ਰਭੂ ਸਮਸਤ ਲੋਕ ਕੇ ਸਮਸਤ ਕੇਰ ਕਾਰਣ। ਹੇ ਗੁਰੂ ਨਾਨਕ ਸਾਹਿਬ ਤੁਸੀਂ ਸਾਰੇ ਲੋਕਾਂ ਦੇ ਪ੍ਰਭੂ ਸੁਆਮੀ ਹੋ, ਸਮਸਤ ਜੀਵਾਂ ਦੇ ਕਾਰਨ ਹੋ। ਸਮਸਤ ਕੋ ਸਮਾਰ ਕੈ ਕਰੰਤ ਪ੍ਰਤਿਪਾਰਣ। ਸਾਰਿਆਂ ਦੀ ਸੰਭਾਲ ਕਰਕੇ ਸਭ ਨੂੰ ਪਾਲਦੇ ਹੋ। ਸਮਸਤ ਕੇ ਸੰਘਾਰਕ, ਸਮਾਨ ਕੋਏ ਔਰ ਨਾ। ਸਭ ਦਾ ਸੰਘਾਰ ਕਰਨ ਵਾਲੇ ਵੀ ਉਹ, ਤੁਹਾਡੇ ਸਮਾਨ ਕੋਈ ਦੂਜਾ ਨਹੀਂ। ਜਹਾਂ ਤਹਾਂ ਬਿਰਾਜਤੇ, ਕਹੂੰ ਕਕੇ ਊਣ ਠੌਰ ਨਾ। ਮਹਾਰਾਜ ਹਰ ਜਗ੍ਹਾ ਤੇ ਤੁਸੀਂ ਬਿਰਾਜਮਾਨ ਹੋ, ਕੋਈ ਐਸੀ ਜਗ੍ਹਾ ਨਹੀਂ ਜਿਹੜੀ ਤੁਹਾਡੇ ਤੋਂ ਬਿਨਾਂ ਹੋਵੇ। ਸਮਸਤ ਬੀਚ ਤੂੰ ਬਸੇ, ਸਮਸਤ ਮਾਏ ਤੋਏ ਹੈ। ਮਹਾਰਾਜ ਸਾਰੇ ਤੁਹਾਡੇ 'ਚ ਵਸਦੇ ਨੇ, ਔਰ ਸਾਰਿਆਂ ਵਿੱਚ ਤੁਸੀਂ ਵਸਦੇ ਹੋ। ਮਿਲੋ ਨਿਰਾਲ ਮਾਰੇ, ਅਲੇਪ ਹੈ ਅਮੋਹ ਹੈ। ਸਭ ਵਿੱਚ ਵਰਤ ਕੇ ਵੀ ਤੁਸੀਂ ਨਿਰਲੇਪ ਹੋ ਕੇ ਰਹਿੰਦੇ ਹੋ, ਅਮੋਹ ਰੂਪ ਹੋ ਕੇ ਰਹਿੰਦੇ ਹੋ। ਆਨੰਦ ਤੂੰ ਆਜ਼ਾਦ ਤੂੰ, ਸਕਲ ਵਨ ਅਕਾਰਣੰ। ਮਹਾਰਾਜ ਜੀ ਤੁਸੀਂ ਆਨੰਦ ਸਵਰੂਪ ਹੋ, ਅਨਾਦਿ ਸਵਰੂਪ ਹੋ, ਆਜ਼ਾਦ ਸਵਰੂਪ ਹੋ, ਸੁਤੰਤਰ ਹੋ। ਅਸੰਗ ਹੋ, ਅਪੰਗ ਹੋ, ਅਨੰਗ ਹੋ, ਦੁਖ ਹਾਰਣ। ਫਿਰ ਅਸੰਗ ਹੋ, ਤੁਹਾਨੂੰ ਕੋਈ ਭੰਨ ਨਹੀਂ ਸਕਦਾ। ਮਹਾਰਾਜ ਅੰਗਾਂ ਤੋਂ ਰਹਿਤ ਹੋ, ਔਰ ਜੀਵਾਂ ਦੇ ਦੁੱਖਾਂ ਨੂੰ ਹਰਨ ਵਾਲੇ ਹੋ। ਅਨੰਤ ਸ਼੍ਰੀ ਮਹੰਤ, ਸਰਵ ਕੰਤ ਮੋਹ ਭੰਜਨ। ਮਹਾਰਾਜ ਜੀ ਤੁਸੀਂ ਅਨੰਤ ਹੋ, ਸਭ ਦੇ ਮਹੰਤ ਮੁਖੀ ਹੋ, ਔਰ ਸਾਰਿਆਂ ਦੇ ਸੁਆਮੀ ਮਾਲਕ, ਔਰ ਜੀਵਾਂ ਦਾ ਮੋਹ ਭੰਨਣ ਵਾਲੇ ਹੋ। ਆਧਾਰ ਲੋਕ 14, ਅਪਾਰ ਸਰੂਪ ਰੰਜਨੰ। 14 ਲੋਕਾਂ ਦਾ ਆਧਾਰ ਆਸਰਾ ਹੋ ਮਹਾਰਾਜ, ਔਰ ਸਾਰਿਆਂ ਦੇ ਮਨਾਂ 'ਚ ਰੰਜਨ ਖੇੜਾ ਪ੍ਰਦਾਨ ਕਰਨ ਵਾਲੇ, ਮਾਇਆ ਦੀ ਕਾਲਖ ਤੋਂ ਰਹਿਤ ਹੋ। ਨਿਰੰਜਨੰ ਅਗੰਜਨੰ, ਅਸੰਜਰੰ ਸੁਜਾਨੀਯੰ। ਨਿਰੰਜਨ ਰੂਪ ਹੋ, ਤੁਹਾਨੂੰ ਗੰਜਿਆ ਨਹੀਂ ਜਾ ਸਕਦਾ ਮਹਾਰਾਜ,
ਔਰ ਤੁਹਾਨੂੰ ਕਿਸੇ ਨੇ ਸਿਰਜਿਆ ਨਹੀਂ, ਬਣਾਇਆ ਨਹੀਂ, ਤੁਸੀਂ ਸਭ ਨੂੰ ਬਣਾਇਆ ਹੈ। ਪਰ ਤੁਹਾਨੂੰ ਨਹੀਂ ਕਿਸੇ ਨੇ ਬਣਾਇਆ, ਤੁਸੀਂ ਸਹਿਬੰਗ ਸਵਰੂਪ ਹੋ। ਸਦੀਵ ਨੇਤ ਨੇਤ ਪੂਤ ਪੱਬਿਅੰ ਬਖਾਨੀਅੰ। ਭੂਤ ਕਾਲ, ਵਰਤਮਾਨ ਕਾਲ ਔਰ ਭਵਿੱਖ ਕਾਲ ਵਿੱਚ, ਤਿੰਨਾਂ ਕਾਲਾਂ ਵਿੱਚ ਇਹ ਕਿਹਾ ਜਾਂਦਾ ਮਹਾਰਾਜ ਗਰੀਬ ਨਵਾਜ ਜੀ ਤੁਸੀਂ ਨੇਤ ਹੋ, ਨੇਤ ਹੋ, ਨਾ ਇਤੀ ਨਾ ਇਤੀ ਹੋ। ਗੁਰੂ ਸਰੂਪ ਤਾਰ ਸਤ ਨਾਮ ਕੋ ਪਦੈ ਸਿੰ। ਆਪ ਨੇ ਗੁਰੂ ਨਾਨਕ ਰੂਪ ਹੋ ਕੇ ਸੱਚੇ ਨਾਮ ਦਾ ਉਪਦੇਸ਼ ਦਿੱਤਾ ਹੈ। ਪਖੰਡ ਕੋ ਨਿਕੰਦ ਕੈ ਨ ਮਾਨ ਛੋਰ ਲੈ ਸਿੰ। ਤੁਸੀਂ ਪਖੰਡ ਦਾ ਖੰਡਨ ਕੀਤਾ ਮਹਾਰਾਜ। ਆਪ ਜੀ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਮਾਣ ਨਹੀਂ, ਜਿਹੜੇ ਦਰਸ਼ਨ ਕਰਨ ਆਉਂਦੇ ਉਹ ਵੀ ਮਾਣ ਰਹਿਤ ਹੋ ਜਾਂਦੇ। ਆਨੰਦਹੀਨ ਦੁੰਦ ਕੈ ਮੁਕੰਦ ਸਰਬ ਬੰਦ ਜੋ। ਤੁਸੀਂ ਆਨੰਦ ਰੂਪ ਹੋ ਮਹਾਰਾਜ, ਦਵੰਦਾਂ ਦਾ ਨਾਸ਼ ਕਰਨ ਵਾਲੇ, ਮੁਕਤੀ ਦੇ ਦਾਤੇ ਹੋ, ਸੰਸਾਰ ਦੇ ਸਮਸਤ ਜੀਵਾਂ ਦੇ ਬੰਦਨੀਏ ਹੋ। ਨਮਸਤੇਅੰ 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 ਗੋਬਿੰਦ ਜੋ। ਏ ਗੋਬਿੰਦ ਸਰੂਪ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਸਾਡੀ ਮਨ ਕਰਕੇ ਵੀ ਨਮਸਕਾਰ ਹੈ, ਬਾਣੀ ਕਰਕੇ ਵੀ ਨਮਸਕਾਰ ਹੈ, ਕਰਮ ਕਰਕੇ ਵੀ ਤੁਹਾਨੂੰ ਨਮਸਕਾਰ ਹੈ। ਛਪਿਐ ਛੰਦ ਪਾਓ ਭਗਤ ਵਿਸਤਾਰ ਗੁਰੂ ਸਿੱਖੀ ਜਗ ਕੀਨੀ। ਮਹਾਰਾਜ ਜੀ ਤੁਸੀਂ ਪ੍ਰੇਮਾ ਭਗਤੀ ਦਾ ਵਿਸਥਾਰ ਕਰਕੇ ਗੁਰਸਿੱਖੀ ਦਾ ਰਾਹ ਚਲਾਇਆ ਹੈ। ਪੂਰਬ ਸਾਧਨ ਮੁਕਤ ਕਰਤ ਔਰੇ ਵਿਦ ਚੀਨੀ। ਪਹਿਲਾਂ ਸੰਸਾਰ ਵਿੱਚ ਮੁਕਤੀ ਦੇ ਬੜੇ ਬੜੇ ਔਖੇ ਸਾਧਨ ਦੱਸੇ ਜਾਂਦੇ ਸੀ, ਪਰ ਮਹਾਰਾਜ ਤੁਸੀਂ ਬੜਾ ਤਰਸ ਕੀਤਾ ਗੁਰੂ ਨਾਨਕ ਸਾਹਿਬ ਜੀ, ਤੁਸੀਂ ਮੁਕਤੀ ਦਾ ਸੁਖੈਨ ਮਾਰਗ ਸੰਸਾਰ ਦੇ ਜੀਵਾਂ ਨੂੰ ਦੱਸਿਆ ਹੈ। ਤਿਨ ਤੇ ਤੁਮੈ ਸੁਖੇਨ ਕੀਨ ਏ ਰੀਤ ਨਵੀਨੀ। ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਨਵੀਨ ਰੀਤੀ ਹੈ। ਆਪ ਜੀ ਨੇ ਜਗ ਜੀਰਨ ਸਾਧਨ ਦੂਰ ਕਰੇ, ਜਿਨੇ ਪੁਰਾਣੇ ਤਰੀਕੇ ਸਨ ਸੰਸਾਰ ਦੇ ਦੂਰ ਕਰਕੇ ਨਵੀਨ ਮਾਰਗ ਸਿੱਖੀ ਦਾ ਚਲਾਇਆ ਹੈ। ਗਾਡੀ ਰਾਹ ਚਲਾਏ ਨਰਨ ਕੋ ਸ਼ੁਭ ਮਤ ਦੀਨੀ। ਇਹ ਗਾਡੀ ਰਾਹ ਚਲਾ ਦਿੱਤਾ, ਸੰਸਾਰ ਦੇ ਨਰਾਂ ਨੂੰ ਸ਼ੁਭ ਮਤ ਪ੍ਰਦਾਨ ਕੀਤੀ ਹੈ। ਪ੍ਰਭੂ ਨਮੈ ਨਮੈ ਪੁਨ ਪੁਨ ਨਮੈ ਚਰਨ ਸ਼ਰਨ ਤਾਰਨ ਤਰਨ। ਇਹ ਪ੍ਰਭੂ ਜੀ ਤੁਹਾਨੂੰ ਸਾਡੀ ਨਮਸਕਾਰ ਹੈ, ਪੁਨ ਪੁਨ ਨਮੈ, ਬਾਰ ਬਾਰ ਨਮਸਕਾਰ ਹੈ, ਚਰਨ ਸ਼ਰਨ ਤਾਰਨ ਤਰਨ। ਇਹ ਤਾਰਨ ਵਾਲੇ ਜਹਾਜ਼ ਰੂਪ ਸਤਿਗੁਰੂ ਜੀ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। ਦੁਖ ਦਰਨ ਕਰਨ ਸੁਖ ਹਰਨ ਅਗ ਸ਼੍ਰੀ ਨਾਨਕ ਕਾਰਨ ਕਰਨ। ਦੁੱਖਾਂ ਨੂੰ ਦਲ ਕੇ ਸਵਾਹ ਕਰਨ ਵਾਲੇ, ਸੁਖ ਕਰਨ ਵਾਲੇ, ਪਾਪਾਂ ਨੂੰ ਹਰ ਲੈਣ ਵਾਲੇ, ਇਹ ਸਾਰੇ ਜਗਤ ਦੇ ਕਾਰਨ ਰੂਪ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਾਮ ਹੈ, ਨਮਾਮ ਹੈ। ਸਤਿ ਸ੍ਰੀ ਅਕਾਲ। ਖਾਲਸਾ ਜੀ ਇਹ ਗੁਰ ਸਤੋਤਰ ਹੈ। ਇਹ ਗੁਰ ਸਤੋਤਰ ਜਾਪ ਸਾਹਿਬ ਪੜ੍ਹਦੇ ਹੋ, ਵੇਖਿਆ ਅਕਾਲ ਪੁਰਖ ਦਾ ਸਤੋਤਰ ਕੀਤਾ ਸਤਿਗੁਰਾਂ ਨੇ, ਅਕਾਲ ਪੁਰਖ ਨੂੰ ਬਾਰੰਬਾਰ ਨਮਸਕਾਰ ਕੀਤੀ। ਇੱਥੇ ਗੁਰੂ ਨਾਨਕ ਸਾਹਿਬ ਦਾ ਸਤੋਤਰ ਗਾਇਆ ਦੇਵਤਿਆਂ ਨੇ। ਦੋਹਰਾ ਕਰ ਉਸਤਤ ਇਸ ਪਾਤ ਕੀ ਰਹੇ ਨਗਰ ਕਰਤਾਰ। ਦੇਵਤਿਆਂ ਨੇ ਗੁਰੂ ਸਾਹਿਬ ਦੀ ਉਸਤਤ ਕੀਤੀ ਤੇ ਕਰਤਾਰਪੁਰ ਸਾਹਿਬ 'ਚ ਠਹਿਰ ਗਏ। ਅਨਿਕ ਲੋਕ ਜੈ ਆਵਈ ਹੋਵਤ ਜੈ ਜੈਕਾਰ। ਜਿੱਥੇ ਅਨੇਕਾਂ ਮਾਈ ਭਾਈ ਆਉਂਦੇ ਤੇ ਜੈ ਜੈਕਾਰ ਹੋ ਰਹੀ ਹੈ ਸਤਿਗੁਰਾਂ ਦੀ। ਚੌਪਈ ਦਸੋ ਦਿਸ਼ਾ ਤੇ ਪੰਥ ਬਧੇਰੇ। ਦਸਾਂ ਦਿਸ਼ਾਵਾਂ ਤੋਂ ਬਹੁਤ ਸਾਰੀ ਸੰਗਤ ਆਉਂਦੀ ਹੈ। ਦਰਸ਼ਨ ਕਰਨ ਚਿਤ ਚੌਂਪ ਕਨੇਰੇ। ਸਭ ਦੇ ਮਨ 'ਚ ਸਤਿਗੁਰਾਂ ਦੇ ਦਰਸ਼ਨਾਂ ਦੀ ਚੌਂਪ ਹੈ। ਆਵੇਂ ਚਲੇ ਪੀਰ ਵੱਡੇ ਹੋਈ। ਬੜਾ ਵੱਡਾ ਇਕੱਠ ਕਰਤਾਰਪੁਰ ਸਾਹਿਬ 'ਚ ਹੋਇਆ ਹੈ। ਜਿਨ ਕੀ ਸੰਖਿਆ ਆਏ ਨ ਕੋਈ। ਗਿਣਤੀ ਨਹੀਂ ਹੁੰਦੀ ਕਿੰਨੇ ਕਾਏ ਹਨ। ਪੁਰ ਕਰਤਾਰ ਕੋਸ ਚੋਂ ਫੇਰੇ। ਕਹਿੰਦੇ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਕਈ ਕੋਹਾਂ ਤੱਕ ਸੰਗਤ ਹੈ। ਆਏ ਨਰਨ ਕੀਨੇ ਬੋ ਡੇਰੇ। ਡੇਰੇ ਕੀਤੇ ਨੇ ਸੰਗਤਾਂ ਨੇ ਦੂਰ ਦੂਰ ਤਾਈਂ। ਸਰਬ ਰਹੇ ਨਿਸਮੈ ਤੈ ਥਾਈ। ਰਾਤ ਉੱਥੇ ਉਹਨਾਂ ਡੇਰਿਆਂ ਵਿੱਚ ਹੀ ਰਹਿੰਦੇ ਜਿੱਥੇ ਜਿੱਥੇ ਪੜਾ ਕੀਤੇ ਨੇ ਸੰਗਤ ਨੇ। ਜਾਗਰਣ ਕੀਨੋ ਮਹਿਮਾ ਗਾਈ। ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਜੀ ਦੀ ਮਹਿਮਾ ਕੀਤੀ। ਰਾਤ ਸੁੱਤੇ ਨਹੀਂ ਹਨ ਸਿੱਖ ਜਿੰਨੇ ਆਏ, ਸਭ ਨੇ ਜਾਗ ਕੇ ਮਹਾਰਾਜ ਜੀ ਦੀ ਵਡਿਆਈ ਕੀਤੀ। ਅਰਧ ਪਿਪਾਵਰ ਹੋਈ ਜਬੇਹੀ। ਅੱਧੀ ਰਾਤ ਬੀਤ ਗਈ ਮਹਾਰਾਜ ਜੀ ਦਾ ਜਸ ਕਰਦਿਆਂ। ਸ਼੍ਰੀ ਮੁਖ ਸੋ ਆਏ ਸਈ ਤਬਈ। ਸਤਿਗੁਰੂ ਗੁਰੂ
ਗੁਰੂ ਨਾਨਕ ਸਾਹਿਬ ਜੀ ਨੇ ਆਗਿਆ ਦਿੱਤੀ। ਚੰਦਨ ਯੁਤ ਕਨਸਾਰ ਗੁਲਾਬਾ। ਆਖਿਆ ਜਾਓ ਭਾਈ, ਜਿੱਥੇ ਸਰੀਰ ਤਿਆਗਣਾ ਉੱਥੇ ਚੰਦਨ ਆਦ ਗੁਲਾਬ ਆਦਿਕ ਦਾ ਮਹਿਕ ਚਰਚਾਓ। ਮ੍ਰਿਗ ਮਦ ਕਸ ਕਰ ਸਰਬ ਸ਼ਿਤਾਬਾ। ਮ੍ਰਿਗ ਮਦ ਕਹਿੰਦੇ ਕਸਤੂਰੀ ਆਦਿਕ ਘਸ ਕੇ ਉਹਦਾ ਚਰਚਣ ਕਰੋ। ਅਪਰ ਸੁਗੰਧ ਸਰਬ ਮਹਿਕਾਵੋ। ਬਹੁਤ ਸਾਰੀਆਂ ਸੁਗੰਧੀਆਂ ਦਾ ਮਹਿਕਾਵ ਕਰੋ। ਸਗਰੇ ਸਦਨ ਵਿਖੇ ਛਿੜਕਾਵੋ। ਜਿਹੜਾ ਸਾਡਾ ਮਹਿਲ ਹੈ ਉਹ ਸਾਰਾ ਮਹਿਲ ਦੇ ਵਿੱਚ ਸੁਗੰਧੀ ਦਾ ਚਰਚਣ ਕਰੋ। ਕੀਨੀਆਂ ਨੋ ਕੁਸ਼ਾ ਵਿਛਾਵੋ। ਔਰ ਆਸਣ ਲਾ ਕੇ ਸੁੰਦਰ ਕੁਸ਼ਾ ਵਿਛਾ ਦਿਓ। ਸਤਨਾਮ ਕੋ ਕੀਰਤਨ ਗਾਵੋ। ਔਰ ਸਭ ਨੇ ਨਾਮ ਜਪਣਾ ਹੈ, ਕਿਸੇ ਨੇ ਵਿਰਾਗ ਨਹੀਂ ਕਰਨਾ, ਭਜਨ ਕਰਨਾ ਹੈ। ਜਿਤੇ ਵੇਦ ਪਾਠੀ ਦਿਜੈ। ਜਿੰਨੇ ਇੱਥੇ ਆਏ ਹੋਏ ਨੇ ਪਰਮੇਸ਼ਰ ਦਾ ਸਭ ਭਜਨ ਕਰਨ, ਚਾਹੇ ਉਹ ਬ੍ਰਾਹਮਣ ਨੇ, ਖੱਤਰੀ ਨੇ, ਸ਼ੂਦਰ ਨੇ, ਵੈਸ਼ ਨੇ। ਕਰੇ ਵੇਦ ਤੁਨ ਬਿਲਮ ਨ ਗਹਿ। ਕਹਿੰਦੇ ਜਿਹੜੇ ਬ੍ਰਾਹਮਣ ਨੇ ਉਹਨਾਂ ਨੂੰ ਤਾਂ ਵੇਦ ਹੀ ਆਉਂਦੇ ਸੀ ਪੜ੍ਹਨੇ। ਵੇਦਾਂ ਵਿੱਚ ਜਿਹੜੀ ਅਕਾਲ ਪੁਰਖ ਦੀ ਉਪਮਾ ਕੀਤੀ, ਉਹ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਜਾਣ ਕੇ ਉਪਮਾ ਕਰਦੇ ਹਨ। ਸਰਬ ਜੇ ਨਰ ਸਤਨਾਮ ਉਚਾਰੇ। ਜਿੰਨੇ ਨਰ ਨੇ ਸਭ ਸੱਚੇ ਨਾਮ ਦਾ ਜਾਪ ਜਪ ਰਹੇ ਨੇ। ਜਨਮ ਮਰਨ ਕੇ ਕਿਲ ਬਿਕਟਾਰੋ। ਜਨਮ ਮਰਨ ਦੇ ਪਾਪ ਕੱਟੇ ਜਾ ਰਹੇ ਨੇ ਭਜਨ ਕਰਕੇ। ਛਪੈ ਛੰਦ ਸੁਨ ਰਜਾਏ ਤੈ ਸਮੇਂ ਪਇਓ ਜੈਕਾਰ ਮੁਖਰ ਬਰ। ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਹੋਈ ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ। ਗਾਵਤ ਗੁਣ ਕਰਤਾਰ ਪ੍ਰੇਮ ਸੋ ਹਿਰਦੇ ਰਾਏ ਪਰ। ਸਭ ਗੁਣ ਗਾ ਰਹੇ ਨੇ ਮਹਾਰਾਜ ਜੀ ਦੇ ਕਰਤਾਰ ਦੇ ਨਾਲ ਪ੍ਰੇਮ ਕਰਕੇ। ਦਰਸ਼ਨ ਪਰਸਤ ਸਕਲ ਅਧਿਕ ਕਰੁਣਾ ਰਸ ਹੋਵੇ। ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਮਨ 'ਚ ਕਰੁਣਾ ਰਸ ਵਰਤ ਰਿਹਾ ਹੈ। ਚਿੱਤਰ ਲਿਖੇ ਜੇ ਪੀਤ ਪਾਓ ਤਰ ਠਾਂਡੇ ਜੋਵੇ। ਜਿਵੇਂ ਕੰਧ ਤੇ ਕੋਈ ਚਿੱਤਰ ਬਣਾਇਆ ਹੋਵੇ ਨਾ ਤੇ ਜੰਮਿਆ ਜਾ ਹੁੰਦਾ, ਏਦਾਂ ਇੱਕਦਮ ਜੰਮ ਕੇ ਹੀ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਤਬ ਪੀਰ ਪਾਈ ਧਰਮਸਾਲ ਮੈਂ ਸ਼ਬਦ ਰਾਗ ਤੁਨ ਪੂਰਿਆ। ਸਤਿਗੁਰਾਂ ਦੀ ਧਰਮਸ਼ਾਲਾ 'ਚ ਬਹੁਤ ਇਕੱਠ ਹੋਇਆ, ਸੰਗਤ ਦਾ ਸ਼ਬਦਾਂ ਦਾ ਕੀਰਤਨ ਹੋ ਰਿਹਾ ਹੈ। ਤੈਂ ਗਏ ਜੋ ਨਰ ਤੈਂ ਸਮੇਂ ਪਿਕ ਦੋਖ ਕਰੇ ਸਭ ਦੂਰਿਆ। ਜਿਨ੍ਹਾਂ ਨੇ ਵੀ ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਦੋਸ਼ਾਂ ਤੋਂ ਨਿਵਰਤੀ ਪ੍ਰਾਪਤ ਕੀਤੀ। ਬੌਰ ਸੁਲਖਣੀ ਆਏ ਬੰਦ ਕਰ ਬੰਧਨ ਕੀਨੀ। ਮਾਤਾ ਸੁਲੱਖਣੀ ਜੀ ਆਏ, ਆ ਕੇ ਸਤਿਗੁਰਾਂ ਨੂੰ ਬੰਦਨਾ ਕੀਤੀ। ਮਨ ਅਧੀਨ ਹੋਏ ਦੀਨ ਤੀਨ ਪਰ ਦਛਨ ਦੀਨੀ। ਅਧੀਨ ਹੋ ਕੇ ਮਹਾਰਾਜ ਜੀ ਦੀਆਂ 3 ਪਰਕਰਮਾਂ ਕੀਤੀਆਂ। ਲੋਚਨ ਤੇ ਜਲ ਜਾਤ ਬੈਠ ਗਈ ਤਬਈ ਸਮੀਪਾ। ਮਾਤਾ ਜੀ ਦੇ ਨੇਤਰਾਂ ਚੋਂ ਨੀਰ ਵਹਿ ਰਿਹਾ, ਪਤੀ ਨਾਲ ਵਿਛੜਨ ਦਾ ਭਾਰੀ ਦੁੱਖ ਹੈ। ਕਿਉਂਕਿ ਇਹ 9ਵੀਂ ਦੀ ਰਾਤ ਸੀ, ਅਗਲੇ ਦਿਨ 10ਵੀਂ ਵਾਲੇ ਦਿਨ ਸਤਿਗੁਰਾਂ ਨੇ ਸੱਚਖੰਡ ਜਾਣ ਦੇ ਤਿਆਰੇ ਕੀਤੇ ਸਨ। ਔਰ ਜਾਨੀ ਕੋ ਦੇਖ ਪਨਿਓ ਬੇਦੀ ਕੁਲ ਦੀਪਾ। ਮਾਤਾ ਸੁਲੱਖਣੀ ਜੀ ਨੂੰ ਉਦਾਸ ਹੋਇਆ ਵੇਖ ਕੇ ਸਤਿਗੁਰੂ ਜੀ ਬੋਲੇ, ਇੱਕ ਸਿੱਖ ਜਾਓ ਸ੍ਰੀ ਚੰਦ ਟਿਗ ਲਖਮੀ ਦਾਸ। ਮਹਾਰਾਜ ਜੀ ਨੇ ਫਿਰ ਦੁਬਾਰਾ ਸੁਨੇਹਾ ਭੇਜਿਆ ਵੀ ਜਾਓ ਇੱਕ ਸਿੱਖ ਬਾਬੇ ਲਖਮੀ ਚੰਦ ਤੇ ਸ਼੍ਰੀ ਚੰਦ ਜੀ ਦੇ ਪਾਸ। ਜਸ ਪਦ ਲਿਆਓ ਬੁਲਾਏ ਤਿੰਨ ਬੌਰ ਦਰਸ ਪਾਵੇ ਸੋ ਨਾਏ। ਉਹਨਾਂ ਨੂੰ ਛੇਤੀ ਬੁਲਾ ਲਿਆ, ਉਹਨਾਂ ਨੂੰ ਆਖਿਓ ਮੁੜ ਕੇ ਨਾ ਆਖਣ ਵੀ ਸਾਨੂੰ ਦਰਸ਼ਨ ਨਹੀਂ ਹੋਏ ਪਿਤਾ ਜੀ ਦੇ। ਉਹਨਾਂ ਦੋਨਾਂ ਨੂੰ ਆਖੋ ਵੀ ਆ ਕੇ ਇੱਕ ਵਾਰੀ ਮਿਲ ਜਾਣ, ਦਰਸ਼ਨ ਕਰ ਲੈਣ। ਦੋਹਰਾ ਸੁਨ ਸੇਵਕ ਗਮਨਿਓ ਤੁਰਤ ਜਾਏ ਕੀਨ ਅਰਦਾਸ। ਮਹਾਰਾਜ ਜੀ ਦਾ ਬਚਨ ਸੁਣ ਕੇ ਸੇਵਾਦਾਰ ਗਿਆ ਘਰ ਵਿੱਚ। ਬਾਬਾ ਸ਼੍ਰੀ ਚੰਦ ਜੀ ਹੁਣਾਂ ਨੂੰ ਜਾ ਕੇ ਕਿਹਾ, ਤੁਮੇ ਬੁਲਾਵਤ ਸਤਿਗੁਰੂ ਉੱਠ ਚਲੀਏ ਤਿਨ ਪਾਸ। ਆਖਿਆ ਬਾਬਾ ਜੀ ਚਲੋ ਸਤਿਗੁਰੂ ਜੀ ਤੁਹਾਨੂੰ ਬੁਲਾਉਂਦੇ ਐ, ਉਹਨਾਂ ਦੇ ਚੱਲ ਕੇ ਦਰਸ਼ਨ ਕਰੋ। ਸਮਾ ਸਮਾਵਨ ਕੋ ਅਬੇ ਮਿਲ ਲੀਜੇ ਤਿਨ ਸਾਥ। ਉਹਨਾਂ ਦੇ ਸੱਚਖੰਡ ਜਾਣ ਦਾ ਸਮਾਂ ਤੇ ਚੱਲ ਕੇ ਉਹਨਾਂ ਨੂੰ ਮਿਲ ਲਵੋ। ਚਾਹੋ ਜੋ ਕੁਛ ਬੋਲੋ ਸੁਨੋ ਧਰੋ ਚਰਨ ਪਰਮਾਤ। ਜੋ ਚਾਹੀਦਾ ਉਹਨਾਂ ਨਾਲ ਬਚਨ ਕਰ ਲੋ, ਜੋ ਕਹੋਗੇ ਉਹ ਤੁਹਾਨੂੰ ਬਖਸ਼ਣਗੇ। ਦੋਹਰਾ ਬਦਨ ਬਹਿਸ ਕੈ ਬਚ ਕੋਏ ਦਿਵਸ ਸਪਤਮੀ ਜੈਸ। ਬਾਬਾ ਲਖਮੀ ਦਾਸ ਜੀ ਹੁਣੇ ਅੱਗੋਂ ਹੱਸ ਕੇ ਬੋਲੇ, ਕਹਿੰਦੇ ਜਿਵੇਂ 7ਵੀਂ ਵਾਲੇ ਦਿਨ ਸੱਚਖੰਡ ਜਾਣ ਲੱਗੇ ਸੀ, ਅੱਜ ਵੀ ਉਦਾਂ ਹੀ ਜਾਣਾ। 7ਵੀਂ ਵਾਲੇ ਦਿਨ ਵੀ ਕਹਿੰਦੇ ਸੀ ਵੀ ਅਸੀਂ ਚੱਲੇ ਆਂ, ਤੇ ਅੱਜ ਵੀ ਉਦਾਂ ਜਾਣਾ ਜਿਹੜਾ ਕਹਿ ਰਹੇ ਹਨ। ਹਮੇ ਬੁਲਾਵਤ ਹੈ ਅਬੇ ਆਜ ਸਮਾਵੇਂ ਤੈਸ। ਅੱਜ ਸਵੇਰ ਸਾਨੂੰ ਬੁਲਾਉਂਦੇ ਆ, ਕਹਿੰਦੇ ਅਸੀਂ ਸਮਾਵਣ ਦੀ ਤਿਆਰੀ ਕੀਤੀ ਐ। ਸੋਰਠਾ ਨੇ ਆਏ ਤੈ ਕਾਲ ਜਾਣੇ ਮਾਨਵ ਆਨ ਜਿਉ। ਬਾਬਾ ਜੀ ਹੁਣੀ ਨਹੀਂ ਆਏ ਚੱਲ ਕੇ, ਉਹ ਇਹ ਸਮਝਦੇ ਵੀ ਸਾਡੇ ਪਿਤਾ ਜੀ ਹਨ।
ਕਿਉਂਕਿ ਕੇਵਲ ਪਿਤਾ ਰੂਪ ਕਰਕੇ ਹੀ ਵੇਖ ਰਹੇ ਨੇ। ਏਕੰਕਾਰ ਕਿਰਪਾਲ ਰੂਪ ਧਰਿਓ ਨੈ ਜਾਣਈ। ਨਹੀਂ ਜਾਣਦੇ ਵੀ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕੇ ਅਵਤਾਰ ਧਾਰਿਆ ਹੈ। ਦੋਹਰਾ ਸੁਨ ਕੈ ਤਿਨ ਕੇ ਬਚਨ ਕੋ ਸਿੱਖ ਆਇਓ ਗੁਰ ਪਾਸ। ਬਾਬਾ ਜੀ ਹੁਣਾਂ ਦਾ ਜਵਾਬ ਸੁਣ ਕੇ ਸਿੱਖ ਸਤਿਗੁਰਾਂ ਦੇ ਕੋਲ ਆਇਆ। ਜੈ ਬਿਦ ਤਿਨ ਉੱਤਰ ਦਿਓ ਕਰਤ ਪਇਓ ਅਰਦਾਸ। ਜਿਵੇਂ ਉਹਨਾਂ ਜਵਾਬ ਦਿੱਤਾ ਕਿ ਸਿੱਖ ਨੇ ਸਤਿਗੁਰਾਂ ਨੂੰ ਦੱਸ ਦਿੱਤਾ। ਸ਼੍ਰੀ ਗੁਰ ਸੁਨ ਤੂਸ਼ਨ ਰਹੇ ਬੈਠੇ ਸਭਾ ਮਜਾਰੇ। ਸਤਿਗੁਰੂ ਜੀ ਸੁਣ ਕੇ ਚੁੱਪ ਰਹੇ ਤੇ ਸਭਾ 'ਚ ਬੈਠੇ ਰਹੇ। ਵੇਦ ਸ਼ਬਦ ਤੁਨ ਹੋਏ ਰਹੀ ਦਰਸੈਂ ਲੋਕ ਹਜ਼ਾਰ। ਗੁਰੂ ਕੇ ਸਿੱਖਾਂ ਵਾਸਤੇ ਗੁਰੂ ਕੀ ਬਾਣੀ ਵੇਦ ਰੂਪ ਹੈ ਖਾਲਸਾ ਜੀ। ਬਾਣੀ ਬ੍ਰਹਮਾ ਵੇਦ। ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਸਾਡੇ ਵਾਸਤੇ ਗੁਰੂ ਕੀ ਬਾਣੀ ਸਾਡੇ ਲਈ ਵੇਦ ਰੂਪ। ਵੇਦ ਦਾ ਮਤਲਬ ਕੀ? ਜਿਹਦੇ 'ਚ ਗਿਆਨ ਹੋਵੇ। ਵੇਦ ਦਾ ਮਤਲਬ ਗਿਆਨਮਈ ਬਾਣੀ। ਉਹ ਬਾਣੀ ਸਤਿਗੁਰਾਂ ਦੇ ਸ਼ਬਦ ਦੇ ਦਰਬਾਰ ਵਿੱਚ ਹੋ ਰਿਹਾ ਜਾਪ। ਹਜ਼ਾਰਾਂ ਲੋਕ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ ਕਿ 7 ਅਗਸਤ ਨੂੰ ਸ਼ਾਮ ਨੂੰ ਐਤਵਾਰ 5:15 ਤੋਂ 6:15 ਵਜੇ ਤੱਕ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਦੀ ਸਮਾਪਤੀ ਹੋਵੇਗੀ ਔਰ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ ਦੀ ਅਰਦਾਸ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਹਨ ਔਰ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਇਹ ਬੇਨਤੀ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ